ਜਸਟਿਸ ਦੇਖ ਰਹੇ ਹੋ ਤੁਸੀਂ। मैं KP ਸਿੰਘ टू द पॉइंट ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। ਯੂਕਰੇਨ ਸੰਕਟ, ਇਸ ਬਾਬਤ ਬਹੁਤ ਸਾਰੀਆਂ ਚਰਚਾਵਾਂ ਹੋ ਚੁੱਕੀਆਂ, ਬਹੁਤ ਸਾਰੀਆਂ ਬਹਿਸਾਂ ਤੁਸੀਂ ਸੁਣ ਚੁੱਕੇ ਹੋ, ਪਰ ਜਿਹੜੇ ਇਹਦੇ ਵਿੱਚ ਕਈ ਸਵਾਲ ਘੁੰਮਦੇ ਪਏ ਆ। ਯੂਕਰੇਨ ਸੰਕਟ ਤੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਵਿੱਚ ਕਿਹੜੇ ਮੁਲਕ ਨੇ ਜਿਹੜੇ ਉਹਦੇ ਪਾਰਟਿਸਪੈਂਟ ਹੈਗੇ ਆ, ਕਿਹੜਾ ਸਟੈਂਡ ਲੈਂਦੇ ਪਏ ਆ। ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿੱਚ ਗੁਹਾਰ ਲਗਾਈ ਗਈ ਹੈ, ਉਹਦਾ ਮਤਲਬ ਕੀ ਹੁੰਦਾ ਹੈ। ਜਿਹੜੀਆਂ ਪਾਬੰਦੀਆਂ ਲਗਾਈਆਂ ਗਈਆਂ, ਕੋਈ ਕਹਿੰਦਾ ਕਿ ਇੱਥੇ ਹਵਾਈ ਯਾਤਰਾ ਤੇ ਬੈਨ ਹੈਗਾ, ਕੋਈ ਕਹਿੰਦਾ ਵਿੱਤੀ ਪਾਬੰਦੀਆਂ ਹੈਗੀਆਂ, ਇਹਦਾ ਰੂਸ ਤੇ ਕੀ ਅਸਰ ਹੋਊਗਾ। ਯੂਕਰੇਨ ਦੇ ਨਾਲ ਜਿਹੜੇ ਮੁਲਕ ਖੜਦੇ ਪਏ ਆ, ਉਹ ਅੰਦਰ ਖਾਤੇ ਕਿੰਨੇ ਖੜਦੇ ਪਏ ਆ ਤੇ ਓਪਨਲੀ ਕਿੰਨੇ ਖੜਦੇ ਪਏ, ਇਹਦਾ ਮਤਲਬ ਕੀ ਹੈਗਾ। ਇਹ ਸਾਰੇ ਸਵਾਲ ਸਮਝਣੇ ਜ਼ਰੂਰੀ ਹੈਗੇ ਆ। ਚਾਈਨਾ ਦਾ ਕੀ ਸਟੈਂਡ ਹੈ, ਅਮਰੀਕਾ ਦਾ ਕੀ ਸਟੈਂਡ ਹੈ, ਇੰਡੀਆ ਦਾ ਕੀ ਸਟੈਂਡ ਹੈਗਾ, ਬ੍ਰਾਜ਼ੀਲ ਕੀ ਸੋਚਦਾ ਪਿਆ, UAE, ਚਾਈਨਾ, ਇਹ ਸਾਰੇ ਸਵਾਲ ਆ ਸਾਡੇ ਅੱਗੇ ਖੜੇ ਹੈਗੇ ਆ। ਇਹਦਾ ਭਵਿੱਖ ਕੀ ਹੈਗਾ, ਇਹਦਾ ਰੋਡ ਮੈਪ ਕੀ ਹੈਗਾ, ਇਸ ਨੂੰ ਸਮਝਣ ਦੀ ਜ਼ਰੂਰਤ ਹੈਗੀ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਵੀ ਇਹ ਚਰਚਾ ਛੇੜੀਏ ਤਾਂ ਸੰਜੀਦਗੀ ਨਾਲ ਉਹਨਾਂ ਮੁੱਦਿਆਂ 'ਤੇ ਜਾਇਆ ਜਾਵੇ ਜਿਹੜੇ ਮੁੱਦੇ ਤੁਹਾਡੇ ਤੋਂ ਦੂਰ ਕੀਤੇ ਜਾ ਰਹੇ ਆ। ਤੁਹਾਨੂੰ ਸਿਰਫ ਇਹ ਦਿਖਾਇਆ ਜਾ ਰਿਹਾ ਕਿ ਅਸੀਂ ਬਹੁਤ ਕੁਝ ਕਰ ਰਹੇ ਹਾਂ, ਪਰ ਅਸੀਂ ਬਹੁਤ ਕੁਝ ਕਰ ਰਹੇ ਹਾਂ, ਉਹਦੇ ਵਿਚਾਲੇ ਅਸੀਂ ਕੀ ਨਹੀਂ ਕਰ ਪਾ ਰਹੇ, ਉਹ ਸਵਾਲ ਕਿਉਂ ਨਹੀਂ ਪੁੱਛੇ ਜਾ ਰਹੇ। ਇਸ ਕਰਕੇ ਪੁੱਛ ਰਿਹਾ ਯੂਕਰੇਨ ਸੰਕਟ ਤੇ ਸਟੈਂਡ ਕੀ। ਵੱਡਾ ਸਵਾਲ ਇਸ ਚਰਚਾ ਦੇ ਵਿੱਚ ਅਸੀਂ ਇਹ ਪੁੱਛਾਂਗੇ, ਵੱਡਾ ਸਵਾਲ ਇਹ ਪੁੱਛਾਂਗੇ, ਯੂਕਰੇਨ ਸੰਕਟ ਤੇ ਰਾਜਨੀਤੀ ਤੋਂ ਕੂਟਨੀਤੀ ਤੱਕ ਦੁਨੀਆ ਦੇ ਕਿਹੜੇ ਮੁਲਕ ਕਸੂਤੇ ਫਸੇ। ਇਸੇ ਸਵਾਲ ਤੇ ਬਹਿਸ ਹੋਵੇਗੀ। ਜਿਹੜਾ ਪੈਨਲ ਸਾਡੇ ਨਾਲ ਹੈ ਉਹਨਾਂ ਦਾ ਤਾਰਫ ਕਰਾਉਣਾ ਤੇ ਉਸ ਤੋਂ ਬਾਅਦ ਇਹ ਚਰਚਾ ਸ਼ੁਰੂ ਕਰਾਂਗੇ। ਪ੍ਰੋਫੈਸਰ ਰੌਣਕੀ ਰਾਮ ਪੋਲੀਟੀਕਲ ਐਨਲਿਸਟ ਨੇ। ਪ੍ਰੋਫੈਸਰ ਰੌਣਕੀ ਰਾਮ ਹਰਾਂ ਦੀ ਜਿਹੜੀ ਡਾਕਟਰੇਟ ਹੈ ਕੀ ਹੈ, ਉਹ ਇਹਨਾਂ ਵਿਸ਼ਿਆਂ ਤੇ ਹੈ। ਵਿਦੇਸ਼ੀ ਮੁਲਕਾਂ ਦੇ ਵਿੱਚ ਕੀ ਕੁਛ ਹੁੰਦਾ, ਪੱਛਮੀ ਦੇਸ਼ਾਂ ਦੇ ਵਿੱਚ ਕੀ ਕੁਛ ਹੁੰਦਾ, ਇਸ ਬਾਬਤ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਪ੍ਰੋਫੈਸਰ ਰੌਣਕੀ ਰਾਮ ਨੂੰ। ਇਸ ਕਰਕੇ ਅਸੀਂ ਸੱਦਿਆ। ਪ੍ਰੋਫੈਸਰ ਰੌਣਕੀ ਰਾਮ ਦੀ ਇਸ ਬਾਬਤ ਪੂਰੀ ਖੋਜ ਹੈ, ਸਟੱਡੀ ਹੈ, ਤੇ ਇਸੇ ਕਰਕੇ ਪ੍ਰੋਫੈਸਰ ਰੌਣਕੀ ਰਾਮ ਬੜਾ ਬੇਬਾਕੀ ਨਾਲ ਯੂਕਰੇਨ ਸੰਕਟ ਤੇ ਉਹ ਚੀਜ਼ਾਂ ਦੱਸਦੇ ਆ ਜਿਹੜੇ ਸ਼ਾਇਦ ਬਾਕੀ ਐਨਲਿਸਟ ਹੈ ਸਾਡੇ ਤੋਂ ਦੂਰ ਰੱਖਦੇ ਆ। ਪ੍ਰੋਫੈਸਰ ਰੌਣਕੀ ਰਾਮ, ਤੁਹਾਡਾ ਬਹੁਤ ਸਵਾਗਤ ਹੈ। ਕਰਨਲ ਜੈਬਲ ਸਿੰਘ BJP ਦੇ ਸਪੋਕਸਪਰਸਨ ਹੈ, ਸਰਕਾਰ ਹੈ ਇਹਨਾਂ ਦੀ, ਪਰ ਅਸਲ ਵਿੱਚ ਡਿਫੈਂਸ ਐਨਲਿਸਟ ਨੇ ਤੇ ਇਹਨਾਂ ਨੂੰ ਪਤਾ ਹੈਗਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਭਾਰਤ ਦੀ ਭੂਮਿਕਾ ਕੀ ਰਹਿਣੀ ਚਾਹੀਦੀ ਹੈ। ਹਾਲਾਂਕਿ ਪਿਛਲੀ ਡਿਬੇਟ ਦੇ ਵਿੱਚ ਵੀ ਇਹ ਪਾਰਟੀ ਲਾਈਨ ਤੋਂ ਥੋੜ੍ਹਾ ਵੱਖ ਕਈ ਗੱਲਾਂ ਕਰਕੇ ਗਏ ਨੇ, ਪਰ ਉਹ ਕੀਤੀਆਂ ਇਸ ਤਰੀਕੇ ਨਾਲ ਹੈ ਕਿ ਸਾਨੂੰ ਸਮਝ ਆ ਜਾਵੇ। ਉਹ ਇਹਨਾਂ ਨੇ ਕਿਹਾ ਕਿ ਮੇਰਾ ਨਿੱਜੀ ਬਿਆਨ ਆ, ਉਹ ਪਾਰਟੀ ਦਾ ਨਹੀਂ ਹੈਗਾ, ਪਰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਜੇ ਗੱਲ ਕੀਤੀ ਜਾਂਦੀ ਹੈ, ਇਹਦਾ ਮਤਲਬ ਹੈ ਕਿ ਤੁਹਾਨੂੰ ਉਸ ਮੁੱਦੇ ਦੀ ਸਮਝ ਹੈ ਕਿ ਇਸੇ ਕਰਕੇ ਇਹਨਾਂ ਦੀ ਪਾਰਟੀ ਕਰਨਲ ਜੈਬਲ ਸਿੰਘ ਨੂੰ ਭੇਜਦੀ ਹੈ ਸਾਡੇ ਕੋਲੇ। ਕਰਨਲ ਜੈਬਲ ਸਿੰਘ, ਤੁਹਾਡਾ ਬਹੁਤ ਸਵਾਗਤ ਹੈ। ਗੁਰਮੀਤ ਸਿੰਘ ਪਲਾਈ ਸੀਨੀਅਰ ਜਰਨਲਿਸਟ ਨੇ। ਪਲਾਈ ਸਾਹਿਬ ਨੂੰ ਇੱਕ ਪੱਤਰਕਾਰ ਦੇ ਤੌਰ ਤੇ ਇਹ ਸਾਰੀ ਰੂਪ ਰੇਖਾ ਦਾ ਪਤਾ, ਭਵਿੱਖ ਪਤਾ ਤੇ ਅਤੀਤ ਪਤਾ, ਉਸ ਦੇ ਵਿਚਾਲੇ ਵਰਤਮਾਨ ਕਿੱਥੇ ਖੜਾ, ਇਸ ਕਰਕੇ ਗੁਰਮੀਤ ਸਿੰਘ ਪਲਾਈ ਹਰਾਂ ਦਾ ਹੋਣਾ ਲਾਜ਼ਮੀ ਹੈ। ਗੁਰਮੀਤ ਸਿੰਘ ਪਲਾਈ, ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਰਾਜੀਵ ਖੋਸਲਾ ਇਕੋਨਮਿਸਟ ਨੇ, ਅਰਥ ਸ਼ਾਸਤਰੀ ਨੇ, ਤੇ ਇਸ ਪੂਰੇ ਮਾਮਲੇ ਦੇ ਵਿੱਚ ਅਰਥ ਸ਼ਾਸਤਰ ਬਹੁਤੇ ਜਣਾਂ ਦਾ ਹਿਲ ਜਾਣਾ। ਸ਼ੇਅਰ ਮਾਰਕੀਟਾਂ ਕਈਆਂ ਦੀ ਖੁੱਲ੍ਹਦੀ ਨਹੀਂ ਪਈ ਤੇ ਕਈਆਂ ਦੀ ਡੁੱਬਦੀ ਪਈ ਹੈਗੀ ਹੈ। ਜਦੋਂ ਯੂਰੋ ਡਾਲਰ ਦੇ ਭਾਅ ਪੁੱਛੇ ਜਾਣ ਤੇ ਰੁਪਈਆ ਪੁੱਛਿਆ ਜਾਵੇ ਤੇ ਫਿਰ ਲੋਕ ਕਹਿੰਦੇ ਆ ਤੇ ਤੇਲ ਹੁਣੇ ਸਟੋਰ ਕਰ ਲਓ, ਪਤਾ ਨਹੀਂ ਕੀ ਹੋ ਜਾਣਾ। ਉੱਥੇ ਡਾਕਟਰ ਰਾਜੀਵ ਖੋਸਲਾ ਦੱਸਣਗੇ ਕਿ ਹਵਾਈ ਜਹਾਜ਼ ਉੱਡਣ ਤੇ ਪਾਬੰਦੀ ਨਾਲ ਕੀ ਅਸਰ ਹੋਣਾ ਤੇ ਉੱਥੇ ਬਾਰਡਰ ਕ੍ਰਾਸ ਨਾ ਕਰਨ ਨਾਲ ਕੀ ਅਸਰ ਹੋਣਾ। ਇਸ ਕਰਕੇ ਨਾ ਸਦਰ ਡਾਕਟਰ ਰਾਜੀਵ ਖੋਸਲਾ, ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਪ੍ਰੋਫੈਸਰ ਰੌਣਕੀ ਰਾਮ ਤੁਹਾਨੂੰ ਕਰਨਾ ਚਾਹੂੰਗਾ, ਨਹੀਂ ਕਰਨਲ ਜੈਬਲ ਸਿੰਘ ਤੁਹਾਨੂੰ ਕਰਾਂਗਾ। ਕਰਨਲ ਜੈਬਲ ਸਿੰਘ, UN ਸਿਕਿਉਰਿਟੀ ਕਾਉਂਸਲ ਦੇ ਵਿੱਚ ਜਿਹੜਾ ਰੈਜ਼ੋਲੂਸ਼ਨ ਮੂਵ ਹੁੰਦਾ, ਉੱਥੇ ਸਾਡਾ ਸਟੈਂਡ ਹੈ ਜਿਹੜਾ ਉਹ ਵੋਟਿੰਗ ਨਾ ਕਰਨ ਵਾਲਾ, ਕੀ ਆਉਂਦਾ ਮਤਲਬ ਸਰ? ਥੈਂਕ ਯੂ ਜੀ। ਦੁਬਾਰਾ ਇਹ ਯੂਕਰੇਨ ਦੇ ਬੜੇ ਸੈਂਸਿਟਿਵ ਮਸਲੇ ਦੇ ਉੱਤੇ ਅਸੀਂ ਡਿਬੇਟ ਦੇ ਵਿੱਚ ਆ ਗਏ ਹਾਂ ਜੀ। ਇਹ ਮੈਨੂੰ ਤੇ ਮੈਂ ਸੋਚ ਲਿਆ ਸੀਗਾ ਕਿ ਬੈਸਟ ਆਪਸ਼ਨ ਇਹੋ ਰਹੇਗੀ ਸਾਡੇ ਵਾਸਤੇ ਕਿ ਅਸੀਂ ਵੋਟ ਤੋਂ ਐਬਸਟੇਨ ਕਰੀਏ, ਕਿਉਂਕਿ ਇਸ ਵੇਲੇ ਬੜਾ ਸੈਂਸਿਟਿਵ ਇੱਕ ਮਾਹੌਲ ਬਣਿਆ ਹੋਇਆ, ਐਨਵਾਇਰਨਮੈਂਟ ਬਣਿਆ ਹੋਇਆ ਹੈ, ਤੇ ਅਸੀਂ ਉਸ ਐਨਵਾਇਰਨਮੈਂਟ ਦੇ ਵਿੱਚ ਇਹ ਸਟੈਂਡ ਲਿਆ ਹੈ ਕਿ ਮੀਡੀਏਸ਼ਨ ਹੋਣੀ ਚਾਹੀਦੀ ਹੈ। ਨਾਟੋ ਤੇ ਰਸ਼ੀਆ ਦੀ ਮੀਡੀਏਸ਼ਨ ਹੋਣੀ ਚਾਹੀਦੀ ਹੈ ਤੇ ਰਸ਼ੀਆ ਨੂੰ ਵੀ ਗੱਲਬਾਤ ਕਰਨੀ ਚਾਹੀਦੀ ਹੈ ਯੂਕਰੇਨ ਦੇ ਨਾਲ, ਇਹਦੇ ਵਾਇਲੈਂਸ ਨੂੰ ਘੱਟ ਕਰਕੇ ਇਹਨੂੰ ਠੀਕ ਕਰਨਾ ਚਾਹੀਦਾ ਹੈ। ਹੁਣ ਹਰ ਪਾਸੇ ਲੋਕਾਂ ਨੇ ਇੱਕ ਬੜਾ ਸਟਰੋਂਗ ਸਟੈਂਡ ਲੈ ਰੱਖਿਆ, ਸਟ੍ਰਿੰਜੈਂਟ ਐਂਡ ਰਿਜਿਡ ਸਟੈਂਡ ਲੈ ਰੱਖਿਆ ਹੈ, ਤੇ ਇਹ ਸਟੈਂਡ ਦੇ ਵਿੱਚ ਜ਼ਿਆਦਾ ਗੱਲਾਂ ਕਰਨ ਤੋਂ ਚੰਗਾ ਇਹੋ ਹੀ ਹੈ ਕਿ ਤੁਸੀਂ ਐਬਸਟੇਨ ਕਰ ਜਾਓ। ਹਜੇ ਹੋਰ ਬੜੇ ਮੌਕੇ ਆਉਣਗੇ KP ਸਿੰਘ ਜੀ, ਇਹ ਬਹੁਤ ਲੌਂਗ ਡਰਾਊਨ ਹੋ ਜਾਣਾ ਹੈ। ਹੁਣ ਪਹਿਲੇ ਤਾਂ ਇਦਾਂ ਲੱਗਦਾ ਸੀਗਾ ਕਿ ਕੁਛ ਦੇਰ ਦੀ ਸ਼ਾਰਟ ਜਿਹੀ ਵਾਰ ਹੈਗੀ ਹੈ, ਹੁਣ ਅੱਜ ਕੱਲ ਸਾਰੇ ਸਟ੍ਰੈਟੇਜਿਕ ਐਨਾਲਿਸਟ ਕਹਿ ਰਹੇ ਹੈ ਦੈਟ ਇਟ ਇਜ਼ ਗੋਇੰਗ ਟੂ ਬੀ ਅ ਵੈਰੀ ਲੌਂਗ ਡਰਾਊਨ ਆਊਟ ਬੈਟਲ। ਤੇ ਇਸ ਬੈਟਲ ਦੇ ਵਿੱਚ ਗਵਰਨਮੈਂਟ ਨੂੰ, ਹਰ ਇੱਕ ਗਵਰਨਮੈਂਟ ਨੂੰ, ਸਾਡੀ ਗਵਰਨਮੈਂਟ ਨੂੰ ਵੀ ਬੜਾ ਫੂਕ ਕੇ ਪੈਰ ਰੱਖਣੇ ਪੈਣਗੇ ਤੇ ਇੱਕ ਚੀਜ਼ ਦਾ 360 ਡਿਗਰੀ ਉਹਦਾ ਐਨਾਲਿਸਿਸ ਕਰਕੇ
ਤੇ ਫਿਰ ਰਿਸਪੌਂਸਸ ਲੈ ਕੇ ਆਉਣ ਜਾਣਗੇ। ਠੀਕ। ਮੈਨੂੰ ਲੱਗਦਾ ਹੈ ਕਿ ਜਿਹੜਾ ਸਾਡਾ ਪਹਿਲਾ ਰਿਸਪੌਂਸ ਹੈ ਉਹ ਬਹੁਤ ਮੈਚੁਰ ਹੈ ਤੇ ਉਹ ਐਸਾ ਰਿਸਪੌਂਸ ਹੈ ਜਿਹੜਾ ਸਾਡੀ ਨੌਨ ਅਲਾਈਨਡ ਪੁਰਾਣੀ ਜਿਹੜੀ ਰੌਣਕੀ ਰਾਮ ਜੀ ਨੇ ਕਿਹਾ ਸੀ ਉਸ ਪਾਲਿਸੀ ਦੇ ਨਾਲ ਆਧਾਰਿਤ ਹੈ ਤੇ ਵੀ ਆਰ ਮੂਵਿੰਗ ਇਨ ਦ ਰਾਈਟ ਡਾਇਰੈਕਸ਼ਨ। ਮੈਨੂੰ ਕਰਨਾ ਚਾਹੀਦਾ ਬਸ ਥੋੜਾ ਸਮਝਾ ਸਕਦੇ ਹੋ ਤੁਸੀਂ ਏਸ਼ੀਆਈ ਖਿੱਤੇ ਨੂੰ ਬੈਕ ਕਰਨ ਦੀ ਕੋਸ਼ਿਸ਼ ਵਿੱਚੋਂ, ਜਾਂ ਤੁਸੀਂ ਰਸ਼ੀਆ ਦੇ ਨਾਲ ਆਪਣੇ ਸਬੰਧ ਖਰਾਬ ਨਹੀਂ ਕਰਨਾ ਚਾਹੁੰਦੇ ਉਸ ਕੋਸ਼ਿਸ਼ ਵਿੱਚੋਂ? ਇਹ ਡਿਪਲੋਮੈਸੀ ਹੈ ਸਰ ਸਾਰੀ, ਕਰਨਜਾਬ ਸਿੰਘ, ਮੈਂ ਸਮਝਦਾ ਇਸ ਚੀਜ਼ ਨੂੰ। ਮੈਂ ਸਿਰੇ ਸਮਝਣਾ ਚਾਹ ਰਿਹਾ ਸੀਗਾ ਜੇ ਸਪਸ਼ਟਵਾਦੀ ਤੁਸੀਂ ਕਹਿਣਾ ਹੋਵੇ ਤਾਂ ਕੀ ਕਹੋਗੇ ਸਰ? ਸਭ ਤੋਂ ਪਹਿਲੇ ਤੇ ਅਸੀਂ ਇਹ ਚਾਹੁੰਦੇ ਹਾਂ, ਇੰਡੀਆ ਪੂਰਾ ਇਹੋ ਚਾਹੁੰਦਾ ਹੈ ਕਿ ਇਸ ਕਨਫਲਿਕਟ ਨੂੰ ਕਿਸੇ ਤਰ੍ਹਾਂ ਅਸੀਂ ਖਤਮ ਕਰ ਦਈਏ, ਕਿਉਂਕਿ ਇਸ ਕਨਫਲਿਕਟ ਦੀਆਂ ਜਿਹੜੀਆਂ ਰੈਮੀਫਿਕੇਸ਼ਨਸ ਨੇ ਉਹ ਪੂਰੀ ਵਰਲਡ ਦੇ ਉੱਤੇ ਬਹੁਤ ਜ਼ਬਰਦਸਤ ਹੋਣਗੀਆਂ ਤੇ ਇੰਡੀਆ ਦੇ ਉੱਤੇ ਵੀ ਹੋਣਗੀਆਂ। ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀਗਾ ਕਿ ਇਹ ਇੱਕ ਰੀਜਨਲ ਕਨਫਲਿਕਟ ਵੀ ਸ਼ੁਰੂ ਕਰ ਸਕਦਾ ਹੈ ਚਾਈਨਾ ਦੇ ਥਰੂ ਵਿਦ ਤਾਇਵਾਨ, ਵਿਦ ਇੰਡੀਆ, ਐਂਡ ਸਾਡਾ ਵੀ ਕਨਫਲਿਕਟ ਸ਼ੁਰੂ ਕਰ ਸਕਦਾ ਹੈ ਪਾਕਿਸਤਾਨ ਦੇ ਨਾਲ। ਸੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਇਸ ਕਨਫਲਿਕਟ ਨੂੰ ਕਿਸੇ ਨਾ ਕਿਸੇ ਤਰ੍ਹਾਂ ਖਤਮ ਕਰੀਏ ਤੇ ਉਹ ਸਾਡਾ ਉਹੀ ਸਾਡਾ ਮੁੱਦਾ ਹੈ। ਮੇਰੇ ਖਿਆਲ ਬੈਕ ਚੈਨਲ ਜਿਹੜੀ ਡਿਪਲੋਮੇਸੀ ਹੈ ਤੇ ਟਰੈਕ 2 ਹੈ ਉਹ ਵੀ ਉਸੇ ਪਾਸੇ ਚੱਲ ਰਿਹਾ ਹੋਏਗਾ। ਹੁਣ ਇਸ ਵੇਲੇ ਸਾਡੇ ਸਾਰੇ ਮਿਨਿਸਟਰ, ਬਹੁਤ ਸਾਰੇ ਮਿਨਿਸਟਰ ਜਿਹੜੇ ਨੇ ਉਹ ਪੈਰੀਫੇਰਲ ਕੰਟਰੀਜ਼ 'ਚ ਬੈਠੇ ਹੋਏ ਨੇ। ਪੈਰੀਫੇਰਲ ਕੰਟਰੀਜ਼ 'ਚੋਂ ਬੈਠੇ ਤੇ ਇਸ ਵਾਸਤੇ ਨੇ ਕਿਉਂਕਿ ਉਹ ਅਸੀਂ ਆਪਣੇ ਜਿਹੜੇ ਉੱਥੇ ਸਿਟੀਜ਼ਨਸ ਨੇ ਉਹਨਾਂ ਨੂੰ ਕੱਢਣਾ, ਜਿਹਦੀ ਕਿ ਬਹੁਤ ਜ਼ਬਰਦਸਤ ਮੁਹਿੰਮ ਚੱਲ ਰਹੀ ਹੈ। ਪਰ ਸ਼ੋਰਲੀ ਉਹ ਵੀ ਉੱਥੋਂ ਦੀ ਜਿਹੜੀ ਗਰਾਊਂਡ ਰਿਐਲਿਟੀ ਹੈ ਉਹਦੇ ਬਾਰੇ ਬਹੁਤ ਗੱਲਾਂ ਦੱਸਣਗੇ ਗਵਰਨਮੈਂਟ ਨੂੰ, ਉਹਦੇ ਨਾਲ ਡਿਸੀਜਨ ਹੋਏਗੀ। ਠੀਕ ਹੈ। ਪ੍ਰੋਫੈਸਰ ਰੌਣਕੀ ਰਾਮ, ਸਵਾਲ ਬੜਾ ਸੌਖਾ ਹੈ ਸਰ। ਪ੍ਰੋਫੈਸਰ ਰੌਣਕੀ ਰਾਮ, ਮੈਂ ਇੱਕ ਚੀਜ਼ ਸਮਝਣਾ ਚਾਹੁੰਦਾ, ਜਿਹੜੀ ਸਾਡੇ ਅੱਗੇ ਇੱਕ ਪਿਕਚਰ ਪੇਸ਼ ਕੀਤੀ ਜਾ ਰਹੀ ਹੈ, ਪਿਕਚਰ ਡਰਾ ਕੀਤੀ ਜਾ ਰਹੀ ਹੈ ਕਿ ਅਸੀਂ ਇੰਨੇ ਵਿਦਿਆਰਥੀ ਲਿਆਏ, ਇੰਨੇ ਯਾਤਰੀ ਲਿਆਏ, ਉਹ ਸਾਡਾ ਫਰਜ਼ ਹੈ ਸਰਕਾਰ ਦਾ ਸਰ ਕਰਨਾ। ਪ੍ਰੋਫੈਸਰ ਰੌਣਕੀ ਰਾਮ, ਉਸ ਡਰਾ ਹੋਈ ਪਿਕਚਰ ਦੇ ਵਿਚਾਲੇ ਜਿਹੜੀ ਡਿਪਲੋਮੈਸੀ ਹੈ ਜਾਂ ਜਿਹੜੀ ਪੋਲਿਟਿਕਸ ਹੈ ਸਰ, ਉਹ ਕੋਈ ਨਹੀਂ ਸਮਝਾ ਰਿਹਾ। ਕਿਉਂ ਨਹੀਂ ਸਮਝਾ ਰਿਹਾ ਪ੍ਰੋਫੈਸਰ ਰੌਣਕੀ ਰਾਮ? ਉਸ ਨੂੰ ਕਿਉਂ ਅਸੀਂ ਨਹੀਂ ਦੱਸਣ ਦੀ ਕੋਸ਼ਿਸ਼ ਵਿੱਚ ਹਾਂ ਪ੍ਰੋਫੈਸਰ ਰੌਣਕੀ ਰਾਮ? ਉਹਦੇ ਵਿੱਚ ਹੈ ਕੀ ਹੈ ਸਰ? ਦੇਖੋ, ਇਹ ਜਿਹੜਾ ਕੌਨਫਲਿਕਟ ਹੈ ਔਨ ਦਾ ਸਰਫੇਸ ਇਹ ਲੱਗ ਰਿਹਾ ਕਿ ਇਹ ਰਸ਼ੀਆ ਨੇ ਸ਼ੁਰੂ ਕੀਤਾ, ਪੁਤਿਨ ਨੇ ਸ਼ੁਰੂ ਕੀਤਾ ਹੈ, ਲੇਕਿਨ ਜਿਹੜੀ ਰਿਐਲਿਟੀ 'ਚ ਇਹ ਹੈ ਕਿ ਇਹ ਕੌਨਫਲਿਕਟ ਵੈਸਟਰਨ ਨਾਟੋ ਸਪਾਂਸਰਡ ਔਰ US ਸਪਾਂਸਰਡ ਕੌਨਫਲਿਕਟ ਹੈਗਾ। ਕਿਉਂਕਿ ਕਾਫੀ ਸਮੇਂ ਤੋਂ 2014 ਤੋਂ ਹੁਣ ਬਾਰ-ਬਾਰ ਰਸ਼ੀਆ ਇਹ ਗੱਲ ਉਹਨਾਂ ਦੇ ਅੱਗੇ ਪੇਸ਼ ਕਰਦਾ ਸੀ ਕਿ ਦੇਖੋ ਤੁਹਾਨੂੰ ਕੋਈ ਹੱਕ ਨਹੀਂ ਹੈਗਾ, ਤੁਹਾਨੂੰ ਕੋਈ ਅਧਿਕਾਰ ਨਹੀਂ ਹੈਗਾ ਕਿ ਤੁਸੀਂ ਸਾਡੇ ਇਰਦ ਗਿਰਦ ਆ ਕੇ ਆਪਣੇ ਬੇਸਿਸ ਬਣਾਓ। ਕਿਉਂਕਿ ਬੇਸ਼ੱਕ ਤੁਸੀਂ ਕਹਿੰਦੇ ਆ ਇਹ ਨਾਟੋ ਮਿਸ਼ਨਸ ਹੈਗੇ ਆ, ਅਸੀਂ ਉੱਥੇ ਸਕੀਮਾਂ ਲਗਾਉਣੀਆਂ, ਮਤਲਬ ਮਿਲਟਰੀ ਦੀ ਟ੍ਰੇਨਿੰਗ ਕਰਨੀ ਆ, ਇਹ ਸਭ ਕੁਝ ਤੁਸੀਂ ਜੋ ਦੱਸ ਰਹੇ ਹੋ ਇਹ ਤੁਹਾਡੀ ਨਹੀਂ ਹੈ ਅਸਲੀਅਤ। ਕਿਉਂਕਿ 2014 ਦੇ ਵਿੱਚ ਉਹਨਾਂ ਨੇ ਐਜ਼ੋਵ ਬਟਾਲੀਅਨ ਇੱਕ ਬਹੁਤ ਵੱਡੀ ਫੋਰਸ ਕ੍ਰੀਏਟ ਕੀਤੀ ਅੰਦਰ ਐਂਦਰੀ ਬਿਲਸਕੇ। ਉਹਦੇ ਬਾਰੇ ਜੇ ਤੁਸੀਂ ਡਿਟੇਲ 'ਚ ਜਾ ਕੇ ਵੈਸਟਰਨ ਮੀਡੀਆ ਤੋਂ ਅਲੱਗ ਹੋਰ ਕੁਝ ਬਹੁਤ ਸਾਰੇ ਚੈਨਲਸ ਨੇ ਜਿਹੜੇ ਈਜ਼ੀਲੀ ਨਹੀਂ ਮਿਲਦੇ, ਜੇ ਤੁਸੀਂ ਉਹਨਾਂ ਨੂੰ ਸਟੱਡੀ ਕਰੋਗੇ ਉਹਦੇ 'ਚ ਅੱਜ ਕੱਲ੍ਹ ਟਵਿੱਟਰ ਤੇ ਵੀ ਆ ਰਿਹਾ, ਤੁਸੀਂ ਗੂਗਲ ਤੇ। ਪ੍ਰੋਫੈਸਰ ਰੌਣਕੀ ਰਾਮ, ਮੇਰਾ ਸਵਾਲ ਹੀ ਹੈ ਪ੍ਰੋਫੈਸਰ ਰੌਣਕੀ ਰਾਮ, ਅਸੀਂ ਵੈਸਟਰਨ ਮੀਡੀਆ ਜੋ ਦਿਖਾ ਰਿਹਾ ਸੀ ਉਹ ਦੇਖ ਰਹੇ ਹਾਂ, ਇੰਡੀਅਨ ਮੀਡੀਆ ਸਾਨੂੰ ਜੋ ਦਿਖਾ ਰਿਹਾ ਸੀ ਉਹ ਦੇਖ ਰਹੇ ਹਾਂ ਸਰ, ਇਸ ਦੀ ਵਿਚਲੀ ਖਬਰ ਸਾਡੇ ਤੋਂ ਮਿਸ ਕਿਉਂ ਕਰਾਈ ਜਾ ਰਹੀ ਹੈ ਪ੍ਰੋਫੈਸਰ ਰੌਣਕੀ ਰਾਮ? ਕਿਉਂਕਿ ਇਹ ਹੈ ਕਿ ਜਦੋਂ ਅਸੀਂ ਰਿਐਲਿਟੀ ਦੇ ਬਾਰੇ ਸੋਚਦੇ ਹਾਂ ਕਿ ਇੰਟਰਸਟ ਕਿਵੇਂ ਹੈ। ਇਸ ਵਕਤ ਦੇਖੋ, ਅਗਰ ਸਾਡੀ ਨੌਨ ਅਲਾਈਨਡ ਪੋਜੀਸ਼ਨ ਰਹੀ ਹੈ ਉਹਦੇ 'ਚ ਕਦੀ ਵੀ ਅਸੀਂ ਉਹਨਾਂ ਦੇ ਨਾਲ ਉਹ ਗੁੱਟਾਂ ਦੇ ਨਾਲ ਤਾਂ ਕਦੀ ਨਹੀਂ ਮਿਲੇ, ਲੇਕਿਨ ਅਸੀਂ ਆਪਣੀ ਇੱਕ ਇੰਡੀਪੈਂਡੈਂਟ ਪੋਜੀਸ਼ਨ ਰੱਖੀ ਆ। ਇਸ ਲਈ ਹਾਲਾਤ ਇਹ ਹੈ ਕਿ ਰਸ਼ੀਆ ਦੇ ਆਉਣ ਦੇ ਨਾਲ ਵਰਲਡ ਦੇ ਵਿੱਚ ਇੱਕ ਬੜੀ ਜਗਲ ਫੈਲ ਗਈ ਆ, ਜਿਹੜੀ ਸੁਪਰਮੇਸੀ ਸੀਗੀ ਯੂਰਪ ਦੀ ਤੇ US ਦੀ, ਰਾਦਰ US ਲੈਡ ਯੂਰਪ ਦੀ ਪਿਛਲੇ ਕਈ ਸਾਲਾਂ ਤੋਂ ਵਰਲਡ ਵਾਰ 2 ਤੋਂ ਬਾਅਦ ਉਹ ਸੁਪਰਮੇਸੀ ਪਹਿਲੀ ਵਾਰ ਅੱਜ ਪੰਕਚਰ ਹੋਈ ਆ। ਹੁਣ ਵਰਲਡ ਨੇ ਨਵਾਂ ਰੁਖ ਇਖਤਿਆਰ ਕਰਨਾ ਹੈ, ਇੱਕ ਨਵਾਂ। ਬਹੁਤ ਸਾਰੇ ਸਕਾਲਰ ਕਹਿੰਦੇ ਸੀਗੇ ਇਹ ਮਤਲਬ ਇੱਕ ਧਰੂਵੀ ਵਰਲਡ ਹੈ ਜਾਂ ਦੋ ਧਰੂਵੀ ਵਰਲਡ ਹੈ ਜਾਂ ਬਹੁਤ ਧਰੂਵੀ ਵਰਲਡ ਹੈ, ਮਤਲਬ ਯੂਨੀਪੋਲਰ ਹੈ, ਮਲਟੀਪੋਲਰ ਹੈ ਜਾਂ 2 ਪੋਲਰ ਹੈ। ਤਾਂ ਬਹੁਤ ਸਾਰੇ ਕਹਿੰਦੇ ਸੀ ਸ਼ਕਤੀ ਅਲਟੀਮੇਟਲੀ ਕਿੱਥੇ ਹੈ, ਜਰਮਨ 'ਚ ਹੈ, ਅਮਰੀਕਾ 'ਚ ਹੈ, ਜਾਪਾਨ 'ਚ ਹੈ ਜਾਂ ਚੀਨ 'ਚ ਹੈ। ਲੇਕਿਨ ਚੀਨ ਦੀ ਸ਼ਕਤੀ ਨੂੰ ਮੰਨਣ ਨੂੰ ਕੋਈ ਤਿਆਰ ਨਹੀਂ ਸੀਗਾ, ਕਿਉਂਕਿ ਚੀਨ ਦੀ ਸ਼ਕਤੀ ਜਿਹੜੀ ਸੀਗੀ KP ਸਿੰਘ ਜੀ ਉਹ ਆਰਥਿਕ ਤੌਰ ਤੇ ਸੀਗੀ। ਹੁਣ ਜਦੋਂ ਇਹਨਾਂ ਨੇ ਸੋਚਿਆ ਕਿ ਅਸੀਂ ਜੇ ਜਾਰਜੀਆ ਤੋਂ ਬਾਅਦ ਅਗਰ ਅਸੀਂ ਇਹ ਸਾਡਾ ਯੂਕਰੇਨ ਹੈ, ਅਗਰ ਯੂਕਰੇਨ ਸਾਡੇ ਕਾਬੂ 'ਚ ਆ ਜਾਂਦਾ ਹੈ ਤਾਂ ਸ਼ਾਇਦ ਅਸੀਂ ਇੱਕ ਆਪਣਾ ਯੂਰੇਸ਼ੀਆ ਦੇ ਵਿੱਚ ਬਹੁਤ ਵੱਡਾ ਬਣ ਜਾਏਗਾ। ਲੇਕਿਨ ਕਦੀ ਸੋਚਿਆ ਨਹੀਂ ਸੀਗਾ ਨਾਟੋ ਕੰਟਰੀਜ਼ ਨੇ, ਕਦੀ ਸੋਚਿਆ ਨਹੀਂ ਸੀਗਾ ਵੈਸਟ ਨੇ
ਕਦੀ ਸੋਚਿਆ ਨਹੀਂ ਹੋਏਗਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਨੇ ਕਿ ਇਸ ਨਵੇਂ ਮੋੜ ਨੇ ਉਹਨਾਂ ਨੂੰ ਇੱਕ ਐਸਾ ਝਟਕਾ ਦੇਣਾ ਹੈ। ਇਸ ਲਈ ਜੇ ਦੇਖਿਆ ਜਾਵੇ ਤਾਂ ਜੋ ਕੁਝ ਉੱਤੇ ਯੂਕਰੇਨ 'ਚ ਹੋ ਰਿਹਾ, ਉਹਨਾਂ ਨੂੰ ਖਿਆਲ ਸੀ ਕਿ ਅਗਰ ਕੋਈ ਰਸ਼ੀਆ ਏਦਾਂ ਕਰੇਗਾ ਅਸੀਂ ਤੁਹਾਡੀ ਸਪੋਰਟ ਦੇਵਾਂਗੇ, ਤੁਹਾਡੀ ਮਦਦ ਦੇਵਾਂਗੇ। ਲੇਕਿਨ ਉਹ ਸਾਰੇ ਰਸਤੇ ਅਪਣਾਉਣ ਤੋਂ ਬਾਅਦ ਅਗਰ ਨਹੀਂ ਹੋਇਆ ਤਾਂ ਹੁਣ ਇਸ ਲਈ ਬਹੁਤ ਇੰਟਰਸਟਿੰਗ ਹੈ। ਤੁਸੀਂ ਬਹੁਤ ਅੱਛਾ ਸਵਾਲ ਰੇਜ਼ ਕੀਤੇ ਦੋ, ਮੈਨੂੰ ਵੀ ਤੇ ਪਹਿਲੇ ਪੈਨਲਿਸਟ ਨੂੰ ਵੀ ਕਿਵੇਂ ਹੋਵੇਗਾ। ਇਹ ਪੋਜੀਸ਼ਨ ਕੋਈ ਸੌਖੀ ਨਹੀਂ ਹੈਗੀ। ਜਿਸ ਔਰ ਇਸ going to be a deciding factor ਕਿ ਜਿਹੜਾ 2022 ਤੋਂ ਬਾਅਦ ਦਾ ਵਿਸ਼ਵ ਹੋਣਾ ਹੈ, ਉਸ ਵਿਸ਼ਵ ਦੀ ਰੂਪਰੇਖਾ ਕਿਵੇਂ ਹੋਣੀ ਹੈ, ਇੱਕ ਨਵੀਂ ਰੂਪਰੇਖਾ ਚੁੱਪ ਜਾਏਗੀ। ਠੀਕ ਹੈ, ਇੱਕ ਛੋਟਾ ਬ੍ਰੇਕ ਲੂੰਗਾ, ਬ੍ਰੇਕ ਤੋਂ ਬਾਅਦ ਬਾਕੀ ਪੈਨਲਿਸਟ ਕੋਲ ਵੀ ਜਾਣਾ ਹੈਗਾ। ਯੂਕਰੇਨ ਸੰਕਟ ਤੇ ਸਟੈਂਡ ਕੀ ਹੈਗਾ, ਇਸ ਸਟੈਂਡ ਦੇ ਵਿਚਾਲੇ ਸਾਨੂੰ ਭਵਿੱਖ ਦਾ ਰੋਡ ਮੈਪ ਸਮਝਣਾ ਪਊਗਾ। ਇਹ ਅੱਜ ਦੀ ਸਥਿਤੀ ਨਹੀਂ ਹੈ ਕਿ ਇਹ ਭਵਿੱਖ ਦੇ ਲਈ ਬਹੁਤ ਵੱਡੀ ਸਥਿਤੀ ਹੈ ਸਾਡੇ ਅੱਗੇ ਖੜੀ ਹੈ, ਜਿਸ ਨੂੰ ਸਮਝਣਾ ਪਵੇਗਾ। ਇਸ ਵਿੱਚ ਯੂਰੋ, ਡਾਲਰ, ਰੂਬਲ ਸਭ ਕੁਝ ਆਵੇਗਾ, ਪਰ ਇਹਦੇ ਵਿੱਚ ਆਮ ਆਦਮੀ ਨਹੀਂ ਹੈਗਾ, ਇਹਦੇ ਵਿੱਚ ਆ ਵੱਡੇ ਆਦਮੀ ਹੈ। ਇਹਨਾਂ ਨੇ ਫੈਸਲਾ ਕਰਨਾ ਹੈਗਾ ਕਿ ਵਿਸ਼ਵ ਹੈ ਜਿਹੜਾ ਉਹ ਕਿੱਧਰ ਜਾਵੇਗਾ, ਇਹਦੇ ਵਿੱਚ ਕਿਹੜੀ ਚੀਜ਼ ਸਾਨੂੰ ਕਿਵੇਂ ਮਿਲੇਗੀ। ਇਹਦੇ ਵਿੱਚ ਹਥਿਆਰਾਂ ਦਾ ਮਾਮਲਾ ਵੀ ਹੈ, ਗੈਸ ਦਾ ਮਾਮਲਾ ਵੀ ਹੈ, ਤੇਲ ਦਾ ਮਾਮਲਾ ਵੀ ਹੈ ਤੇ ਕਣਕ ਦਾ ਮਾਮਲਾ ਵੀ ਹੈਗਾ, ਜਿਹਨੂੰ ਸ਼ਾਇਦ ਅਸੀਂ ਨਹੀਂ ਸਮਝਦੇ ਪਏ। ਵਾਪਸ ਆ ਰਹੇ ਯੂਕਰੇਨ ਸੰਕਟ ਤੇ ਰਾਜਨੀਤੀ ਤੋਂ ਕੂਟਨੀਤੀ ਤੱਕ ਦੁਨੀਆ ਦੇ ਕਿਹੜੇ ਮੁਲਕ ਸੁੱਤੇ ਫਸੇ। ਪਲਾਈ ਸਾਹਿਬ ਤੁਸੀਂ ਦੱਸ ਸਕਦੇ ਹੋ ਕਿ ਕਿਹੜੇ ਮੁਲਕ ਸੁੱਤੇ ਫਸ ਗਏ ਇਸ ਪੂਰੇ ਮਾਮਲੇ ਦੇ ਵਿੱਚ, ਜੇ ਕੋਈ ਚੰਦ ਨਾਮ ਤੁਸੀਂ ਗਿਣਾ ਸਕੋ। ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਸਾਡਾ ਆਪਣਾ ਦੇਸ਼ ਬਹੁਤ ਕਸੂਤਾ ਫਸ ਗਿਆ। ਇਹ ਦੋ ਬੇਟੀਆਂ ਵਿੱਚ ਪੈਰ ਰੱਖਣ ਵਾਲੀ ਗੱਲ ਆ। ਅਮਰੀਕਾ ਨਾਲ ਸੰਬੰਧ ਉਹ ਆਪਣੇ ਵਿਗਾੜਨਾ ਚਾਹੁੰਦਾ ਤੇ ਰੂਸ ਨਾਲ ਵੀ ਵਿਗਾੜਨਾ ਨਹੀਂ ਚਾਹੁੰਦਾ, ਕਿਉਂਕਿ ਰੂਸ ਤੋਂ ਬੜੇ ਹਥਿਆਰ ਲੈਂਦਾ। ਦੂਸਰੇ ਨੰਬਰ ਤੇ ਅਮਰੀਕਾ ਦੇ ਨਾਲ ਉਹ ਕਹਿੰਦਾ ਵੀ ਮੇਰੇ ਬਹੁਤ ਵੱਡੇ ਸੰਬੰਧ ਨੇ, ਇਹਨਾਂ ਸੰਬੰਧਾਂ ਨੂੰ ਮੈਂ ਕਿਸੇ ਹਾਲਤ ਵਿੱਚ ਵੀ ਖਰਾਬ ਨਾ ਕਰਾਂ। ਹੁਣ ਸਥਿਤੀ ਇਹ ਹੈ, ਲੋਕ ਜਿਹੜੇ ਨੇ, ਆਮ ਲੋਕ ਜਿਹੜੇ ਨੇ ਜੰਗ ਨਹੀਂ ਚਾਹੁੰਦੇ, ਕਿਉਂਕਿ ਬਹੁਤ ਵੱਡੇ ਪੱਧਰ ਤੇ ਵਪਾਰਕ ਤੌਰ ਤੇ ਭਾਰਤ ਨੂੰ ਬਹੁਤ ਵੱਡਾ ਨੁਕਸਾਨ ਹੋਣ ਵਾਲਾ। ਤੇਲ ਦੀਆਂ ਕੀਮਤਾਂ ਵਧਣਗੀਆਂ, ਹੋਰ ਸਾਰੀਆਂ ਵਧਣਗੀਆਂ। ਚਮੜੇ ਦਾ ਵਪਾਰ ਜਿਹੜਾ ਯੂਕਰੇਨ ਨਾਲ ਹੋ ਰਿਹਾ ਉਹਦੇ ਉੱਤੇ ਅਸਰ ਪਏਗਾ। ਵਿਦਿਆਰਥੀਆਂ ਦਾ ਦੇਖੋ ਕੀ ਹਾਲ ਹੋ ਚੁੱਕਾ। ਔਰ ਇਹ ਸਾਰੇ ਸੰਦਰਭ ਦੇ ਵਿੱਚ ਆਮ ਲੋਕ ਇਹ ਸੋਚਦੇ ਨੇ ਵੀ ਜੰਗ ਜਿਹੜੀ ਹੈ ਕਦੇ ਵੀ ਆਮ ਲੋਕਾਂ ਲਈ ਸਖਾਵੀ ਨਹੀਂ ਹੁੰਦੀ ਤੇ ਕਿਸੇ ਹਾਲਤ ਵਿੱਚ ਵੀ ਨਹੀਂ ਸੀ ਹੋਣੀ ਚਾਹੀਦੀ। ਦੂਸਰੇ ਨੰਬਰ ਤੇ ਇਹ ਹੈ ਵੀ ਅਮਰੀਕਾ ਸਦਾ ਹੀ ਆਪਣੀ ਥਾਣੇਦਾਰੀ ਜਿਹੜੀ ਹੈ ਪੂਰੇ ਵਿਸ਼ਵ ਦੇ ਵਿੱਚ ਲਾਉਣ ਦੇ ਚੱਕਰ ਵਿੱਚ ਰਿਹਾ। ਔਰ ਇਸ ਦੇ ਵਿੱਚ ਤੁਸੀਂ ਦੇਖੋ ਵੱਖੋ ਵੱਖਰੇ ਥਾਵਾਂ ਤੇ ਜਦੋਂ ਅਫਗਾਨਿਸਤਾਨ ਵਿੱਚ ਵੀ, ਵੀਅਤਨਾਮ ਦੇ ਵਿੱਚ ਵੀ ਉਸਨੇ ਆਪਣੇ ਪੈਰ ਉਤਾਰੇ ਤੇ ਬਹੁਤ ਬੁਰੀ ਤਰ੍ਹਾਂ ਉਸਨੂੰ ਨਾਕਾਮਯਾਬੀ ਜਿਹੜੀ ਹੈ ਮਿਲੀ, ਭਾਵੇਂ ਕਿ ਬਹੁਤ ਵੱਡੇ ਨੁਕਸਾਨ ਜਿਹੜੇ ਨੇ ਉਸ ਨੂੰ ਉਠਾਉਣੇ ਪਏ। ਇਹ ਸਾਰੇ ਕੁਝ ਦੇ ਵਿੱਚ ਇਵੇਂ ਵੀ ਲੱਗਦਾ ਪਿਆ ਹਥਿਆਰਾਂ ਦੇ ਵਪਾਰੀ ਜਿਹੜੇ ਨੇ ਉਹ ਇਸ ਮਾਮਲੇ ਤੇ ਬੜੀ ਵੱਡੀ ਖੇਡ ਰਹੇ ਨੇ ਔਰ ਉਹਨਾਂ ਦੀਆਂ ਮੌਜਾਂ ਲੱਗੀਆਂ ਹੋਈਆਂ ਨੇ। ਦੇਖੋ ਅਸੀਂ ਭਾਰਤ ਨੂੰ ਸੁਰੱਖਿਅਤ ਕਰਨ ਲਈ ਵੀ ਬੜਾ ਇਹਨਾਂ ਦਿਨਾਂ ਦੇ ਵਿੱਚ ਚੰਗੇ ਪੈਸੇ ਖਰਚਾਂਗੇ ਔਰ ਸਾਨੂੰ ਇਹ ਲੱਗਦਾ ਵੀ ਭਾਰਤ ਜਿਹੜਾ ਪਹਿਲਾਂ ਹੀ ਬਹੁਤ ਗਰੀਬੀ ਵੱਲ ਨੂੰ ਅੱਗੇ ਧੱਸਿਆ ਜਾ ਰਿਹਾ, ਉਸ ਨੂੰ ਇਸ ਜੰਗ ਦਾ ਬਹੁਤ ਵੱਡਾ ਨੁਕਸਾਨ ਹੋਏਗਾ। ਨਹੀਂ ਗੁਰਮੀਤ ਸਿੰਘ ਭਲਾਈ, ਜਿਵੇਂ ਤੁਸੀਂ ਕਹਿ ਰਹੇ ਹੋ ਯੂਐਸ ਥਾਣੇਦਾਰ ਬਣਿਆ ਰਹਿੰਦਾ, ਮੇਰਾ ਸਵਾਲ ਹੈ ਭਲਾਈ ਸਾਹਿਬ, ਜੇ ਥਾਣੇਦਾਰ ਯੂਐਸ ਕਰਦਾ ਤੇ ਹੁਣ ਯੂਐਸ ਨੂੰ ਵੀ ਪਤਾ ਲੱਗ ਗਿਆ ਕਿ ਇਹ ਸਭ ਕੁਝ ਕੀ ਭਾ ਪੈਂਦਾ ਪਿਆ ਭਲਾਈ ਸਾਹਿਬ, ਤੇ ਭਾਰਤ ਨੂੰ ਫਿਰ ਇੰਤਜ਼ਾਰ ਹੀ ਕਰਨਾ ਬਣਦਾ ਨਾ, ਡਿਪਲੋਮੈਸੀ ਤੌਰ ਤੇ ਇੰਤਜ਼ਾਰ ਕਰਨਾ ਪਊਗਾ ਕਿ ਕਿਹੜਾ ਮੁਲਕ ਹੈ, ਕਿਹੜਾ ਸਟਰੋਂਗ ਹੋ ਜਾਊਗਾ, ਕਿਹੜਾ ਡਾਊਨ ਹੋ ਜਾਊਗਾ, ਕਿਉਂਕਿ ਗਲੋਬਲ ਆਰਡਰ ਸਾਰਾ ਬਦਲਣ ਵਾਲਾ ਭਲਾਈ ਸਾਹਿਬ, ਇਹਨੂੰ ਅਸੀਂ ਇਸ ਤਰੀਕੇ ਵੀ ਸਮਝਣਾ ਭਲਾਈ ਸਾਹਿਬ। ਦੇਖੋ ਭਾਰਤ ਤਾਂ ਮੁੱਢ ਤੋਂ ਹੀ ਇਹੀ ਰਿਹਾ ਵੀ ਗੁੱਟ ਨਿਰਲੇਪ ਉਸ ਦੀ ਵਿਦੇਸ਼ ਨੀਤੀ ਰਹੀ ਹੈ, ਭਾਵੇਂ ਕਿ ਪਿਛਲੇ ਭਾਜਪਾ ਸਰਕਾਰ ਵੇਲੇ ਕੁਝ ਇਸ ਦੇ ਰੁਝਾਨ ਜਿਹੜੇ ਬਦਲੇ ਨੇ, ਪਰ ਮੁੱਖ ਤੌਰ ਤੇ ਭਾਰਤ ਨੂੰ ਤਾਂ ਵਾਚ ਐਂਡ ਵੇਟ ਦੀ ਗੱਲ ਜਿਹੜੀ ਹੈ ਉਹੀ ਅਖਤਿਆਰ ਕਰਨੀ ਪਏਗੀ। ਇਹਦੇ ਵਿੱਚ ਹੀ ਉਹਦਾ ਫਾਇਦਾ ਹੈ, ਪਰ ਇਹਦੇ ਨਾਲ ਉਸ ਦਾ ਕਿੰਨਾ ਹੋਰ ਨੁਕਸਾਨ ਹੋਏਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਠੀਕ ਹੈ, ਇਹ ਅਖੀਰ ਤੇ ਤੁਸੀਂ ਵੱਡੀ ਗੱਲ ਕਹਿਤੀ। ਡਾਕਟਰ ਖੋਸਲਾ, ਸਾਰਾ ਕੁਝ ਪੈਸੇ ਦਾ, ਡਾਲਰ ਦਾ, ਯੂਰੋ ਦਾ, ਰੂਬਲ ਆ ਹੁਣ ਡਿੱਗਿਆ ਫਿਰਦਾ। ਮੇਰਾ ਸਵਾਲ ਹੈ ਡਾਕਟਰ ਜੀਵ ਖੋਸਲਾ, ਸਾਡੀ ਇਕਨੋਮੀ ਹੈ ਜਿਹੜੀ ਅਸੀਂ ਵਾਰ-ਵਾਰ ਕਹਿੰਦੇ ਸੀਗੇ ਇੰਨੇ ਟ੍ਰਿਲੀਅਨ ਇਕਨੋਮੀ, ਸਰ ਮੈਂ ਤਾਂ ਹੁਣ ਸ਼ਬਦ ਭੁੱਲਦਾ ਜਾਂਦਾ ਖੋਸਲਾ ਸਾਹਿਬ, ਮੈਨੂੰ ਚੇਤੇ ਨਹੀਂ ਰਹਿੰਦਾ ਕਿ ਕਿੰਨੀਆਂ ਜ਼ੀਰੋਆਂ ਲੱਗਦੀਆਂ ਉਹਦੇ ਨਾਲ। ਖੋਸਲਾ ਸਾਹਿਬ, ਅਸੀਂ ਇਸ ਵਕਤ ਜਿਹੜੀ ਇਕਨੋਮਿਕ ਪੋਜੀਸ਼ਨ ਸਾਡੀ ਹੈਗੀ ਹੈ ਕਿ ਰੂਸ ਯੂਕਰੇਨ ਦੀ ਜੰਗ ਤੋਂ ਬਾਅਦ ਆਫਟਰ ਇਫੈਕਟ ਜਿਹੜਾ ਉਹ ਭਾਰਤ ਲਈ ਨੁਕਸਾਨਦੇਹ ਹੋਊਗਾ ਜਾਂ ਨਹੀਂ, ਜਾਂ ਫਾਇਦੇਮੰਦ ਹੋਊਗਾ? ਡਾਕਟਰ ਖੋਸਲਾ। ਬਕਾਇਦਾ ਸਾਡੇ ਲਈ ਨੁਕਸਾਨਦੇਹ ਹੋਣ ਜਾ ਰਿਹਾ ਜੀ। ਸਾਨੂੰ ਇੱਕ ਚੀਜ਼ ਹੋਰ ਵੀ ਕੇਪੀ ਜੀ ਧਿਆਨ ਦੇਣੀ ਚਾਹੀਦੀ ਹੈ ਨਾ, ਬਈ
ਅਪਾਰਟ ਫਰਮ 7 ਤਰੀਕ ਨੂੰ ਜਾਂ 10 ਤਰੀਕ ਨੂੰ ਤੇਲ ਦੇ ਰੇਟ ਵਧਣਗੇ ਜਾਂ ਤੇਲ ਜਿਹੜਾ ਹੈਗਾ ਮਹਿੰਗਾ ਹੋ ਰਿਹਾ, ਇਹ ਤਾਂ ਸਾਰੀ ਚੀਜ਼ ਠੀਕ ਹੈ, ਪੱਥਰ ਤੇ ਲਕੀਰ ਬਣੀ ਹੋਈ ਹੈ। ਲੇਕਿਨ ਉਸ ਤੋਂ ਪਹਿਲਾਂ ਸਰ ਉਹ ਤਾਂ ਇਲੈਕਸ਼ਨ ਨਾਲ ਜੁੜੀ ਹੋਈ ਹੈ ਨਾ ਸਰ ਖੋਸਲਾ ਸਾਹਿਬ, ਜੇ ਮੈਂ ਗਲਤ ਨਹੀਂ ਹਾਂ ਤਾਂ ਸਰ। ਬਿਲਕੁਲ ਠੀਕ ਹੈ ਜੀ। ਜੇ ਆਪਾਂ ਇਸ ਤੋਂ ਪਹਿਲਾਂ ਵੀ ਦੇਖੀਏ ਨਾ, ਤਾਂ ਪਹਿਲਾਂ ਕਿਹੜਾ ਸੁਖਾਵਾਂ ਮਾਹੌਲ ਸੀ, ਪਹਿਲਾਂ ਵੀ ਤਾਂ ਸਾਡੇ ਰੇਟ ਵਧ ਰਹੇ ਸੀ, ਕਾਸਟ ਆਫ ਪ੍ਰੋਡਕਸ਼ਨ ਸਾਡੀ ਸਾਰਿਆਂ ਦੀ ਵਧੀ ਹੋਈ ਸੀ। ਉਹਦਾ ਸਮੱਸਿਆ ਦੀ ਜੜ ਜਿਹੜੀ ਹੈ ਨਾ, ਉਹ ਕੁਝ ਹੋਰ ਹੈ। ਇਹਨੇ ਠੀਕ ਹੈ, ਇਹਨੇ ਮਹਿੰਗਾਈ ਨੂੰ ਅੱਗ ਲਾਉਣੀ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ। ਲੇਕਿਨ ਉਸ ਤੋਂ ਪਹਿਲਾਂ ਦਾ ਜੇ ਅਸੀਂ ਥੋੜਾ ਜਿਹਾ ਮਾਹੌਲ ਦੇਖੀਏ, ਤਾਂ ਜਦੋਂ ਤੇਲ ਦੇ ਰੇਟ $63 ਪਰ ਬੈਰਲ ਸੀ, ਉਦੋਂ ਵੀ ਸਾਡੇ ਤੇ ਮਹਿੰਗਾਈ ਟ੍ਰਾਂਸਫਰ ਹੋ ਰਹੀ ਸੀ। ਉਹਦਾ ਕਾਰਨ ਇਹ ਹੈ ਕਿ ਸਾਡੇ ਕੋਲ ਜਿਹੜੀ ਇਨਫਲੇਸ਼ਨ ਆ ਰਹੀ ਹੈ, ਇੰਪੋਰਟਡ ਇਨਫਲੇਸ਼ਨ ਆ ਰਹੀ ਹੈ। ਜਿਹੜੇ ਮੁਲਕਾਂ ਨੇ ਜਦੋਂ ਪੈਂਡੈਮਿਕ ਹੋਇਆ ਸਾਰੀ ਗਤੀਵਿਧੀਆਂ ਰੁਕ ਗਈਆਂ, ਉਸ ਵੇਲੇ ਜਿੰਨੇ ਵੀ ਡਿਵੈਲਪ ਮੁਲਕ ਹੈ, ਖਾਸ ਕਰਕੇ ਜਦੋਂ ਅਸੀਂ ਯੂਰਪ ਦੀ ਜਾਂ ਅਮਰੀਕਾ ਦੀ ਗੱਲ ਕਰਦੇ ਹਾਂ, ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਇਹਨਾਂ ਨੇ ਆਪਣੇ ਲੋਕਾਂ ਨੂੰ ਪੈਸਾ ਦਿੱਤਾ ਤੇ ਉਹਨਾਂ ਦੀਆਂ ਨੌਕਰੀਆਂ ਬਚਾਈਆਂ, ਉਸ ਦੇ ਕਰਕੇ ਜਿਹੜੀ ਅਨਐਮਪਲੋਇਮੈਂਟ ਜਿਹੜੀ ਹੈ ਉਹ ਨਾ ਹੋਵੇ। ਉਹ ਪੈਸਾ ਪੈਂਟ ਅਪ ਡਿਮਾਂਡ ਦੇ ਤੌਰ ਤੇ ਉੱਥੇ ਹੁਣ ਨਿਕਲਿਆ, ਤਾਂ ਉਹਦੇ ਕਰਕੇ ਮਹਿੰਗਾਈ ਉੱਥੇ ਆਈ। ਉਹ ਮਹਿੰਗਾਈ ਸਾਡੇ ਕੋਲ ਇੰਪੋਰਟ ਹੋ ਕੇ ਆ ਰਹੀ ਹੈ। ਅਸੀਂ ਸਟੀਲ ਦੀ ਗੱਲ ਕਰ ਰਹੀ ਹੈ, ਅਸੀਂ ਐਲੂਮੀਨੀਅਮ ਦੀ ਗੱਲ ਕਰ ਰਹੀ ਹੈ, ਅਸੀਂ ਸੀਮੈਂਟ ਦੀ ਗੱਲ ਕਰ ਰਹੀ, ਸਾਡੇ ਸਾਰੀਆਂ ਚੀਜ਼ਾਂ ਉਹਦੇ ਕਰਕੇ ਆ ਰਹੀਆਂ। ਤਾਂ ਮੇਰੀ ਜਿਹੜਾ ਮੇਰਾ ਇਹਨੂੰ ਦੇਖਣ ਦਾ ਨਜ਼ਰੀਆ, ਮੈਨੂੰ ਏਦਾਂ ਲੱਗਦਾ ਬਈ ਮਹਿੰਗਾਈ ਤਾਂ ਆਲਰੇਡੀ ਸਾਡੇ ਕੋਲ ਵੱਧ ਰਹੀ ਸੀ, ਇੰਪੋਰਟਡ ਇਨਫਲੇਸ਼ਨ ਸੀਗੀ। ਆਤਮ ਨਿਰਭਰਤਾ ਜਿਹੜੀ ਹੈ ਉਹਦਾ ਟਾਈਮਿੰਗ ਇੰਨੀ ਗਲਤ ਹੈਗੀ ਹੈ। 1200 ਚੀਜ਼ਾਂ ਦੇ ਉੱਤੇ ਤੁਸੀਂ ਬਜਟ 2020 ਦੇ ਵਿੱਚ ਰੇਟ ਵਧਾਤੇ, 2021 ਦੇ ਵਿੱਚ ਤੁਸੀਂ ਰੇਟ ਵਧਾਤੇ। ਉਹ ਹੁਣ ਹੋਰ ਜਿਹੜੀ ਪ੍ਰੋਬਲਮਸ ਹੈਗੀਆਂ ਨੇ ਉਹ ਜ਼ਿਆਦਾ ਵਧਣਗੀਆਂ। ਅੱਛਾ, ਇੱਕ ਚੀਜ਼ ਹੋਰ ਇਹਦੇ ਨਾਲ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਜਿਹੜਾ ਰੁਪਈਆ ਹੈ, ਹੁਣ ਜਿਹੜੀ ਇਹ ਮਹਿੰਗਾਈ ਹੋ ਰਹੀ ਹੈ ਜਾਂ ਕਰੂਡ ਦੇ ਰੇਟ ਜਿਹੜੇ $100 ਪਰ ਬੈਰਲ ਜਾ ਰਹੇ ਆ, ਇਹਦੇ ਨਾਲ ਰੁਪਈਏ ਦੀ ਕੀਮਤ ਟੁੱਟੇਗੀ। ਜਦੋਂ ਰੁਪਈਏ ਦੀ ਕੀਮਤ ਟੁੱਟੇਗੀ, ਸਾਨੂੰ ਜ਼ਿਆਦਾ ਪੈਸਾ ਦੇਣਾ ਪਏਗਾ। ਜਦੋਂ ਜ਼ਿਆਦਾ ਪੈਸਾ ਦੇਣਾ ਪਏਗਾ ਤਾਂ ਹੋਰ ਮਹਿੰਗਾਈ ਜਿਹੜੀ ਹੈ, ਸਾਰੀਆਂ ਚੀਜ਼ਾਂ ਦੇ ਲਈ ਸਾਨੂੰ ਜ਼ਿਆਦਾ ਪੇਮੈਂਟਸ ਕਰਨੀਆਂ ਪੈਣਗੀਆਂ। ਉਹਦੇ ਕਰਕੇ ਮਹਿੰਗਾਈ ਹਿੰਦੁਸਤਾਨ ਦੇ ਵਿੱਚ ਹੋਰ ਜ਼ਿਆਦਾ ਵਧੇਗੀ। ਠੀਕ ਹੈ। ਕਰਨਲ ਜੈਪਾਲ ਸਿੰਘ ਸਰ, ਮਹਿੰਗਾਈ ਨੂੰ ਕਾਬੂ ਕਰਨ ਦੇ ਲਈ ਅਸੀਂ ਕੀ ਕਰਾਂਗੇ ਸਰ? ਇਹ ਸਵਾਲ ਹੈ ਜਿਹੜਾ ਉਹ ਸਾਡੀ ਡਿਬੇਟ ਵਿੱਚੋਂ ਆਊਟ ਹੈ ਸਰ। ਕਰਨਲ ਜੈਪਾਲ ਸਿੰਘ, ਅਸੀਂ ਨਹੀਂ ਗੱਲ ਕਰਦੇ ਪਏ ਦੀ ਮਹਿੰਗਾਈ ਕਿਵੇਂ ਘੱਟ ਹੋਊਗੀ ਸਰ। ਅਸੀਂ ਵੱਡੀਆਂ ਗੱਲਾਂ ਕਰਦੇ ਪਏ ਹਾਂ, ਵੱਡੇ ਦਾਅਵੇ, ਵੱਡੇ ਪੇਸ਼ਕਾਰੀਆਂ ਸਰ ਸਾਡੇ ਅੱਗੇ ਰੱਖੀਆਂ ਜਾ ਰਹੀਆਂ। ਮਹਿੰਗਾਈ ਨਾਲ ਆਮ ਆਦਮੀ ਬਹੁਤ ਪਰੇਸ਼ਾਨ ਹੈ ਸਰ। ਕਰਨਲ ਜੈਪਾਲ ਸਿੰਘ, ਬਿਲਕੁਲ ਮਹਿੰਗਾਈ ਦੇ ਨਾਲ ਤੇ ਬਹੁਤ ਪਰੇਸ਼ਾਨ ਹੈ ਆਦਮੀ। ਸਿਰਫ ਇੰਡੀਆ ਦੇ ਵਿੱਚ ਨਹੀਂ ਪਰੇਸ਼ਾਨ, ਹਰ ਜਗ੍ਹਾ ਪਰੇਸ਼ਾਨ ਨੇ। ਮੈਂ ਇਸ ਵੇਲੇ ਲੰਡਨ 'ਚ ਬੈਠਿਆ ਹੋਇਆ, ਇੱਥੇ ਮੈਨੂੰ ਪਤਾ ਲੱਗਿਆ ਕਿ ਪਹਿਲੇ ਤੇ ਲੰਡਨ ਨੂੰ ਮਾਰਿਆ ਬ੍ਰੈਕਸਿਟ ਨੇ, ਉਹ ਹਜੇ ਬ੍ਰੈਕਸਿਟ ਤੋਂ ਨਹੀਂ ਸੀ ਨਿਕਲੇ, ਫਿਰ ਮਾਰਿਆ ਕੋਵਿਡ ਨੇ। ਤੇ ਹੁਣ ਇੱਥੇ ਇੱਕ ਐਸਾ ਹਾਲ ਚੱਲ ਰਿਹਾ ਹੈ, ਮਤਲਬ ਲੰਡਨ ਦੇ ਵਿੱਚ ਇਸ ਵੇਲੇ ਹਾਲ ਚੱਲ ਰਿਹਾ ਹੈ, ਐਡੀ ਪੈਨਿਕ ਆਇਆ ਹੋਇਆ ਹੈ ਕਿ ਇਹ ਜਿਹੜਾ ਹੁਣ ਇਹ ਲੌਂਗ ਡਰਾਊਨ ਕਨਫਲਿਕਟ ਹੋ ਗਿਆ, ਤੇ ਇਹਦੇ ਨਾਲ ਕਿੱਦਾਂ ਉਹ ਲੋਕ ਇਸ ਚੀਜ਼ ਨੂੰ ਸੰਭਾਲਣਗੇ। ਸੋ ਇਹ ਕੋਈ ਸਾਡਾ ਇਕੱਲਿਆਂ ਦਾ ਪ੍ਰੋਬਲਮ ਨਹੀਂ ਹੈ, ਪਰ ਮੈਨੂੰ ਲੱਗਦਾ ਹੈ ਕਿ ਜਦੋਂ ਅਖੀਰ ਦੇ ਵਿੱਚ ਇਸ ਪ੍ਰੋਬਲਮ ਦੇ ਵਿੱਚੋਂ ਸਭ ਤੋਂ ਬੈਸਟ ਜਿਹੜਾ ਹੈ ਉਹ ਇੰਡੀਆ ਹੀ ਨਿਕਲੇਗਾ, ਕਿਉਂਕਿ ਐਟਲੀਸਟ ਸਾਡੇ ਕੋਲ ਸਾਡੀ ਫੂਡ ਸਿਕਿਉਰਿਟੀ ਹੈਗੀ ਹੈ, ਸਾਡੇ ਕੋਲ ਰੈਜ਼ੀਲੀਅੰਸ ਹੁੰਦੀ ਹੈ ਬਹੁਤ ਜ਼ਿਆਦਾ ਐਸੇ ਚੀਜ਼ਾਂ ਦੇ ਵਿੱਚੋਂ ਨਿਕਲਣ ਦੀ, ਤੇ ਅਸੀਂ ਉਸ ਕਨਫਲਿਕਟ ਦੇ ਵਿੱਚ ਡਾਇਰੈਕਟਲੀ ਕਰਨਲ ਜੈਪਾਲ ਸਿੰਘ, ਮੈਂ ਇੱਕ ਸਵਾਲ ਕਰ ਲਾਂ ਤੁਹਾਨੂੰ। ਕਰਨਲ ਜੈਪਾਲ ਸਿੰਘ, ਤੁਸੀਂ ਫੂਡ ਸਿਕਿਉਰਿਟੀ ਦਾ ਜ਼ਿਕਰ ਕੀਤਾ, ਤੇਲ ਸਿਰਫ ਯੂਕਰੇਨ ਤੋਂ ਨਹੀਂ ਆ ਰਿਹਾ, ਤੇਲ ਦੀਆਂ ਸਾਡੀਆਂ ਮਲਟੀਪਲ ਰਿਸੋਰਸਿਸ ਨੇ, ਤੇ ਐਟ ਦੀ ਐਂਡ ਆਫ ਇਟ ਆਲ ਰਸ਼ੀਆ ਨੂੰ ਵੀ ਸਾਡੀ ਜ਼ਰੂਰਤ ਹੋਏਗੀ। ਜਦੋਂ ਰਸ਼ੀਆ ਨੇ ਆਪਣੇ ਆਪ ਨੂੰ ਰੀਸਰੈਕਟ ਕਰਨਾ ਹੈ, ਉਹਦੇ ਨਾਲ ਜਿਹੜਾ ਸਾਡਾ ਟ੍ਰੇਡ ਹੈ ਉਹ ਵਧੇਗਾ। ਕਰਨਲ ਜੈਪਾਲ ਸਿੰਘ, ਮੇਰੀ ਆਵਾਜ਼ ਆ ਰਹੀ ਤੁਹਾਡੇ ਤੱਕ? ਟੈਂਡੈਂਸੀ ਜਿਹੜੀਆਂ ਨੇ ਉਹ ਘੱਟ ਹੋਣਗੀਆਂ। ਕਰਨਲ ਜੈਪਾਲ ਸਿੰਘ, ਹੋਰ ਗੱਲ ਮੈਂ ਤੁਹਾਨੂੰ ਕੇਪੀ ਸਿੰਘ ਜੀ ਦੱਸਣਾ ਚਾਹੁੰਦਾ ਕਿ ਇਸ ਵੇਲੇ ਐਡਾ ਜ਼ਿਆਦਾ ਪ੍ਰੋਪੋਗੈਂਡਾ ਚੱਲ ਰਿਹਾ ਹੈ, ਸਿਰਫ ਇੰਡੀਅਨ ਮੀਡੀਆ ਦੇ ਉੱਤੇ ਤਾਂ ਬਹੁਤ ਘੱਟ ਚੱਲ ਰਿਹਾ ਹੈ। ਬਾਹਰ ਦੇਖੋ, ਜੋ ਤੁਸੀਂ ਜਿਹੜੇ ਤਰੀਕੇ ਦਾ ਪ੍ਰੋਪੋਗੈਂਡਾ ਚੱਲ ਰਿਹਾ ਹੈ, ਹਰ ਇਨਸਾਨ ਜੋ ਹੈ ਆਪਣੇ ਪੁਆਇੰਟ ਆਫ ਵਿਊ ਤੋਂ ਗੱਲ ਕਰ ਰਿਹਾ ਹੈ। USA, ਯੂਕਰੇਨ, ਰਸ਼ੀਆ, ਨਾਟੋ, ਬ੍ਰੈਕਸਿਟ, ਇਹ ਸਾਰੇ ਆਪਣੇ ਪੁਆਇੰਟ ਆਫ ਵਿਊ ਤੋਂ, BBC ਹੋਏ, CNN ਹੋਏ, ਬਹੁਤ ਜ਼ਿਆਦਾ ਪ੍ਰੋਪੋਗੈਂਡਾ ਚੱਲ ਰਿਹਾ ਹੈ। ਜਿਹੜੀਆਂ ਵਿਜ਼ੂਅਲਸ ਆ ਰਹੀਆਂ ਨੇ ਉਹ ਵੀ ਪ੍ਰੋਪਗੈਂਡਾ ਦੀਆਂ ਨੇ। ਚਲੋ ਮੈਂ ਥੋੜਾ ਬ੍ਰੇਕ ਲੈਣਾ ਕਰਨਾ ਸਰ, ਮੇਰਾ ਇੱਕ ਸਵਾਲ ਸੀ ਤੁਹਾਡੇ ਤੱਕ, ਮੈਂ ਬ੍ਰੇਕ ਲੈ ਕੇ ਬ੍ਰੇਕ ਤੋਂ ਬਾਅਦ ਤੁਹਾਡੇ ਤੋਂ ਪੁੱਛ ਲੈਣਾ, ਕਿਉਂਕਿ ਤੁਸੀਂ ਫੂਡ ਸਿਕਿਉਰਿਟੀ ਦਾ ਜ਼ਿਕਰ ਕਰਦੇ ਪਏ, ਬਹੁਤ ਵੱਡਾ ਮਸਲਾ ਹੈਗਾ ਫੂਡ ਸਿਕਿਉਰਿਟੀ ਦਾ। ਮਸਲਾ ਇਸ ਵਕਤ ਖੜਾ ਹੋਇਆ ਯੂਕਰੇਨ ਵਿੱਚ ਵੀ, ਰਸ਼ੀਆ ਵਿੱਚ ਵੀ। ਮੈਂ ਛੋਟਾ ਬ੍ਰੇਕ ਲਵਾਂਗਾ, ਬ੍ਰੇਕ ਤੋਂ ਵਾਪਸ ਆਵਾਂਗੇ। ਯੂਕਰੇਨ ਸੰਕਟ ਤੇ ਰਾਜਨੀਤੀ ਤੋਂ ਲੈ ਕੇ ਕੂਟਨੀਤੀ ਤੱਕ ਕਿਹੜਾ ਮੁਲਕ ਕਿੱਥੇ ਫਸਿਆ ਹੋਇਆ, ਸਾਡਾ ਸਵਾਲ ਹੈ। ਤੇ ਉਸ ਕਸੂਤੇ ਫਸੇ ਮੁਲਕ ਦੇ ਵਿੱਚ ਆਮ ਆਦਮੀ ਦੀ ਗੱਲ ਕਿੰਨੀ ਹੋ ਰਹੀ ਹੈ, ਸਾਡਾ ਸਵਾਲ ਹੈ। ਵਾਪਸ ਆ ਰਿਹਾ।
ਯੂਕਰੇਨ ਸੰਕਟ ਤੇ ਰਾਜਨੀਤੀ ਤੋਂ ਕੂਟਨੀਤੀ ਤੱਕ ਦੁਨੀਆ ਦੇ ਕਿਹੜੇ ਮੁਲਕ ਸੁੱਤੇ ਫਸੇ। ਕਰਨਲ ਜੈਵੰਤ ਸਿੰਘ, ਜਿਹੜੀ ਗੱਲ ਤੁਸੀਂ ਫੂਡ ਸਿਕਿਉਰਿਟੀ ਦੀ ਕੀਤੀ ਹੈ ਸਰ, ਮੇਰੇ ਇਹਦੇ ਨਾਲ ਜੁੜਿਆ ਸਵਾਲ ਹੈ, ਜੇ ਐਸੈਂਸ਼ੀਅਲ ਕਮੋਡਿਟੀ ਐਕਟ ਹੈ ਜਿਹੜਾ ਹੁਣ ਰਿਪੀਲ ਤੁਸੀਂ ਕੀਤੇ ਹੈਗੇ ਆ ਲਾਜ਼, ਉਹਦੇ ਵਿੱਚ ਵੀ ਸੀਗਾ, ਜੇ ਉਹ ਅੱਜ ਸਰ ਲਾਗੂ ਹੁੰਦਾ ਤਾਂ ਸਾਡੇ ਆਮ ਆਦਮੀ ਤੇ ਬਹੁਤ ਵੱਡੀ ਮਾਰ ਪੈਣੀ ਸੀ। ਅੱਜ ਵੀ ਸਰ ਵੱਡੀਆਂ ਕੰਪਨੀਆਂ ਸਟੋਰ ਕਰਦੀਆਂ ਪਈਆਂ, ਕਿਸਾਨ ਪਰੇਸ਼ਾਨ ਹੈ, ਆਮ ਲੋਕ ਪਰੇਸ਼ਾਨ ਹੈ, ਉਹ ਚੀਜ਼ਾਂ ਸਟੋਰ ਕਰਨ ਵਿੱਚ ਲੱਗ ਗਏ। ਸਰ ਤੁਹਾਡੇ ਵੱਲੋਂ ਕੋਈ ਐਡਵਾਈਜ਼ਰੀ ਜਾਣੀ ਚਾਹੀਦੀ ਹੈ, ਲੋਕਾਂ ਨੂੰ ਦੱਸਣਾ ਚਾਹੀਦਾ ਕਿ ਭਾਈ ਇਹ ਚੀਜ਼ਾਂ ਸਾਡੇ ਕੋਲ ਪਈਆਂ, ਤੁਸੀਂ ਟੈਨਸ਼ਨ ਨਾ ਲਓ। ਇਹ ਚੀਜ਼ਾਂ ਸਰ ਕਿਉਂ ਨਹੀਂ ਕਰ ਪਾ ਰਹੇ ਆਪਾਂ, ਕਰਨਲ ਜੈਵੰਤ ਸਿੰਘ? ਨਹੀਂ, ਤੁਸੀਂ ਮੈਨੂੰ ਦੱਸੋ ਕਿਹੜੇ ਪਾਸੇ ਇੱਥੇ ਫੂਡ ਸਿਕਿਉਰਿਟੀ ਦੀ ਕਿੱਥੇ ਐਸੀ ਕੋਈ ਵੱਡੀ ਗੱਲ ਹੋ ਰਹੀ ਹੈ ਕਿ ਫੂਡ ਸਿਕਿਉਰਿਟੀ ਇੰਡੀਆ ਦੇ ਵਿੱਚ ਹੈ ਨਹੀਂ? ਇਸ ਵੇਲੇ ਪੂਰੇ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਫੂਡ ਸਿਕਿਉਰਿਟੀ ਇੰਡੀਆ ਦੀ ਹੈ। ਤੁਸੀਂ ਦੇਖੋ ਕੋਵਿਡ ਦੇ ਟਾਈਮ ਦੇ ਵਿੱਚ ਵੀ 80 ਲੱਖ ਬੰਦਿਆਂ ਨੂੰ ਇੰਡੀਆ ਨੇ 6 ਮਹੀਨੇ ਵਾਸਤੇ ਖਾਣਾ ਦਿੱਤਾ ਸੀਗਾ। ਉਹਦੇ ਬਾਅਦ ਵੀ ਸਾਡੇ ਰਿਜ਼ਰਵ ਜਿਹੜੇ ਨੇ ਉਹ ਖਤਮ ਨਹੀਂ ਹੋਏ। ਮੈਂ ਤੇ ਤੁਹਾਨੂੰ ਇੱਥੇ ਇਸ ਚੈਨਲ ਦੇ ਵਿੱਚ ਸਿਰਫ ਇਹੋ ਹੀ ਕਹਿ ਸਕਦਾ ਕਿ ਮੈਨੂੰ ਕਿਸੇ ਵੀ ਤਰੀਕੇ ਦੇ ਨਾਲ ਕੋਈ ਫੂਡ ਇਨਸਿਕਿਉਰਿਟੀ ਇੰਡੀਆ ਦੇ ਵਿੱਚ ਨਹੀਂ ਨਜ਼ਰ ਆ ਰਹੀ ਹੈ ਇਨ ਦ ਨੀਅਰ ਫਿਊਚਰ। ਵੈਰਸ ਬਾਕੀ ਜਿਹੜੇ ਦੇਸ਼ ਨੇ ਉਹਨਾਂ ਵਿੱਚ ਬਹੁਤ ਪ੍ਰੋਬਲਮ ਹੋ ਜਾਏਗੀ। ਮੈਨੂੰ ਤਾਂ ਲੱਗਦਾ ਹੈ ਕਿ ਇੰਡੀਆ ਐਟ ਅ ਪੁਆਇੰਟ ਇਨ ਟਾਈਮ ਬਾਅਦ ਵਿੱਚ ਮੁਲਕਾਂ ਨੂੰ ਵੀ ਖਵਾਏਗਾ ਆਪਣੇ ਆਪ ਨੂੰ ਖਵਾਉਣ ਦੇ ਇਲਾਵਾ। ਪ੍ਰੋਫੈਸਰ ਰੌਣਕੀਰਾ, ਮੈਂ ਇਹਨਾਂ ਨੂੰ ਐਸੈਂਸ਼ੀਅਲ ਕਮੋਡਿਟੀ ਐਕਟ ਵਾਲਾ ਸਵਾਲ ਕਰ ਰਿਹਾ ਸੀਗਾ, ਜੇ ਉਹ ਫਾਰਮ ਲਾਜ਼ ਦੇ ਵਿੱਚ ਅੱਜ ਇੱਥੇ ਥੋਪਿਆ ਹੁੰਦਾ ਜਾਂ ਲੱਗਿਆ ਹੁੰਦਾ ਪ੍ਰੋਫੈਸਰ ਰੌਣਕੀਰਾਮ, ਅੱਜ ਜ਼ਿਆਦਾ ਦਿੱਕਤ ਹੋਣੀ ਸੀ? ਪ੍ਰੋਫੈਸਰ ਰੌਣਕੀਰਾਮ, ਜੇ ਮੇਰਾ ਸਵਾਲ ਗਲਤ ਹੈ ਸਰ ਮੈਨੂੰ ਕਰੈਕਟ ਕਰ ਦਿਓ ਪ੍ਰੋਫੈਸਰ ਰੌਣਕੀਰਾਮ। ਨਹੀਂ, ਬਿਲਕੁਲ ਤੁਹਾਡਾ ਸਵਾਲ ਜਾਇਜ਼ ਹੈ। ਇਸ ਲਈ ਤੁਹਾਡੇ ਸਵਾਲ ਨੂੰ ਮੈਂ ਦੋ ਭਾਗਾਂ 'ਚ ਰੱਖ ਕੇ ਉੱਤਰ ਦੇਵਾਂਗਾ ਜੀ। ਇੱਕ ਤਾਂ ਇਹ ਹੈ ਕਿ ਇਸ ਲਈ ਤੁਸੀਂ ਵੀ ਗੱਲ ਕੀਤੀ ਆ, ਜੈਵੰਤ ਸਿੰਘ ਜੀ ਹੋਣਾ ਨੇ ਵੀ, ਕਰਨਲ ਸਾਹਿਬ ਨੇ ਬੜੀ ਅੱਛੀ ਗੱਲ ਕੀਤੀ ਆ। ਉਹ ਇਸ ਲਈ ਹੋ ਪਾਈ ਆ ਕਿ ਸਾਡਾ ਕਿਸਾਨ ਬੜੀ ਹੱਡ ਮਿਹਨਤ ਕਰਕੇ ਫੂਡ ਨੂੰ ਗਰੋ ਕਰਾ ਕਰ ਰਿਹਾ ਹੈਗਾ, ਭੋਜਨ ਜਿਹੜਾ ਹੈਗਾ, ਦਾਣਾ ਹੈਗਾ, ਉਗਾ ਰਿਹਾ ਹੈਗਾ। ਉਹ ਇਸ ਲਈ ਜਦੋਂ ਹਾਲਾਤ ਇਸ ਤਰ੍ਹਾਂ ਬਣ ਜਾਂਦੇ ਨੇ, ਹੁਣ ਕੋਈ ਸਟੀਲ ਜਾਂ ਕੋਈ ਬੰਬ, ਬਰੂਦ, ਗੋਲੀ ਸਿੱਕਾ ਜਿਹੜਾ ਹੈ ਉਹ ਤਾਂ ਲੜਾਈ 'ਚ ਕੰਮ ਆਉਣਾ। ਲੋਕਾਂ ਵਾਸਤੇ ਜਿਹੜੀ ਮੇਨ ਰਾਹਤ ਹੈਗੀ ਆ ਉਹ ਫੂਡ ਦੀ ਹੈ। ਇਸ ਲਈ ਜੇ ਯੂਕਰੇਨ 'ਚ ਕੋਈ ਡਿਫਿਕਲਟੀ ਆ ਰਹੀ ਆ, ਉਹ ਸਭ ਤੋਂ ਸਮੱਸਿਆ ਆ ਰਹੀ ਆ। ਲੇਕਿਨ ਇਹਨਾਂ ਫੂਡ ਦੀ ਸਮੱਸਿਆ ਨੂੰ ਲੈ ਕੇ ਜੰਗ ਵਿੱਚ ਜੋ ਹਾਲਾਤ ਬਣ ਰਹੇ ਨੇ, ਜਿਹੜੇ ਬੰਦੇ ਜੰਗ ਲੜ ਰਹੇ ਨੇ, ਜਿਹੜੀਆਂ ਤਾਕਤਾਂ ਜੰਗ ਲੜ ਰਹੀਆਂ ਨੇ, ਉਹਨਾਂ ਦਾ ਕਿਸੇ ਦਾ ਵੀ ਇਸ ਫੂਡ ਸਿਕਿਉਰਿਟੀ ਨਾਲ, ਲੋਕਾਂ ਦੀਆਂ ਦੁੱਖਾਂ ਤਕਲੀਫਾਂ ਦਾ ਕਿਤੇ ਦੂਰ ਦਾ ਵੀ ਰਿਸ਼ਤਾ ਨਹੀਂ ਹੈਗਾ। ਉਹਨਾਂ ਦਾ ਇੱਕੋ ਰਿਸ਼ਤਾ ਹੈਗਾ ਕਿ ਸਾਡੀ ਸਰਵਉੱਚਤਾ, ਸਾਡੀ ਸੁਪਰਮੇਸੀ ਕਿਵੇਂ ਬਣੀ ਰਹਿਣੀ ਆ। ਉਹ ਫੂਡ ਦੀ ਗੱਲ ਨਹੀਂ, ਜੋ ਕੁਛ ਇਸ ਵੇਲੇ ਯੂਕਰੇਨ 'ਚ ਹੋ ਰਿਹਾ ਉਹ ਤੁਸੀਂ ਦੇਖੋ। ਮੈਂ ਅੱਜ ਕੁਛ ਇੱਕ ਵੀਡੀਓ ਸੁਣਦਾ ਪਿਆ ਸੀਗਾ, ਇੱਕ ਉਹਦੇ 'ਚ ਸ਼ਖਸ ਹੈ, ਉਹ ਕਹਿ ਰਿਹਾ ਸੀ ਮੈਂ ਯੂਰਪੀਅਨ ਹੈਗਾ, ਮੈਂ ਬੜਾ ਇਮੋਸ਼ਨਲ ਹੋ ਕੇ ਕਹਿ ਰਿਹਾ ਹੈਗਾ ਕਿ ਯੂਕਰੇਨ ਦੇ ਵਿੱਚ ਬਲੂ ਆਈਜ਼ ਤੇ ਬਲੌਂਡ ਹੇਅਰ ਦੇ ਯੂਰਪੀਅਨ ਨੂੰ ਪੁੱਤਨ ਦੇ ਮਿਜ਼ਾਈਲ ਮਾਰਦੇ ਪਏ ਨੇ। ਸੀ ਦ ਟ੍ਰੈਂਡ ਲਾਈਨ ਵਿੱਚ ਅੱਜ ਵੀ ਤੁਸੀਂ ਧਰਮ ਦੇਖਦੇ ਪਏ ਹੋ। ਫਿਰ ਇੱਕ ਹੋਰ ਟਵਿੱਟਰ ਕਹਿ ਰਿਹਾ ਹੈ ਕਿ ਜਿਹੜੇ ਉੱਥੇ ਫੌਜੀ ਨੇ, ਜਿਹੜੇ ਕਿ ਐਜ਼ ਆਫ ਬਟਾਲੀਅਨ ਦੇ ਫੌਜੀ ਨੇ, ਉਹ ਕੀ ਕਰ ਰਹੇ ਨੇ, ਉਹ ਆਪਣੀਆਂ ਜਿਹੜੀਆਂ ਕਾਰਟ੍ਰਿਜ ਹੈਗੇ ਆ, ਜਿਸੀ ਪ੍ਰੋਪੇਗੈਂਡਾ ਹੋ ਸਕਦਾ ਹੈਗਾ, ਉਹ ਆਪਣੇ ਕੈਟਰਿਜ ਜਿਹੜੇ ਨੇ ਉਹ ਪੋਕ ਦੇ ਜਿਹੜਾ ਉਹਦਾ ਫੈਟ ਹੈਗਾ ਉਹਦੇ 'ਚ ਲਗਾ ਕੇ ਗੋਲੀਆਂ ਬਣਾ ਰਹੇ ਨੇ, ਵਾਂਟਡ ਟੂ ਕਿਲ ਦ ਚੇਚਨ, ਯੂ ਨੋ, ਸੋ ਦੈਟ ਦ ਚੇਚਨ ਕੈਨ ਗੋ ਟੂ ਹੈਲ। ਦੇਖੋ ਤੁਸੀਂ ਹਾਲਾਤ ਇਹ ਨੇ। ਇਸ ਲਈ ਕੇਪੀ ਸਿੰਘ ਜੀ, ਸਾਨੂੰ ਬਿਲਕੁਲ ਨਹੀਂ ਭੁੱਲਣਾ ਚਾਹੀਦਾ ਕਿ ਫਸਟ ਵਰਲਡ ਵਾਰ ਤੋਂ ਪਹਿਲਾਂ, ਉਸ ਤੋਂ ਪਹਿਲਾਂ ਵੀ, ਮਤਲਬ ਕਿ 1757 ਵੇਲੇ ਜਦੋਂ ਈਸਟ ਇੰਡੀਆ ਕੰਪਨੀ, ਪਲਾਸੀ ਦੀ ਲੜਾਈ ਤੋਂ ਬਾਅਦ ਸਾਡੇ ਇੱਥੇ ਕਾਬਜ਼ ਹੁੰਦੀ ਆ, ਤੇ ਸਾਡੀ ਜਦੋਂ ਉਦੋਂ ਪਰ ਕੈਪੀਟਾ ਜੋ ਇਨਕਮ ਸੀ, ਸਾਡੀ ਵੈਲਥ ਸੀ, ਜਦੋਂ ਇਹ ਦੇਸ਼ ਨੂੰ ਛੱਡ ਕੇ ਜਾਂਦੇ ਨੇ, ਇੰਪਾਇਰ ਜਾਂਦਾ ਹੈ, ਤਾਂ ਉਹ ਸਾਡਾ ਸਾਰਾ ਦੇਸ਼ ਜਿਹੜਾ ਉਹ ਬਰਬਾਦ ਹੋ ਕੇ 45 ਟ੍ਰਿਲੀਅਨ ਜਿਹੜਾ ਹੁਣੇ ਸਟੱਡੀ ਕੀਤੀ ਆ, ਬੜੀ ਅੱਛੀ ਤਰ੍ਹਾਂ ਚ ਆ ਰਿਹਾ, 45 ਟ੍ਰਿਲੀਅਨ ਜਿਹੜਾ ਪਾਉਂਡ ਹੈਗਾ, ਇੱਥੋਂ ਸਾਰਾ ਤੁਹਾਨੂੰ ਲੁੱਟ ਕੇ ਜਾਂਦੇ ਆ। ਉਹਨਾਂ ਦਾ ਕੋਈ ਮਤਲਬ ਥੋੜੀ ਆ ਕਿ ਵਰਲਡ ਦੀ ਫੂਡ ਸਿਕਿਉਰਿਟੀ ਕੀ ਆ। ਇਸ ਲਈ ਸਾਡੇ ਦੇਸ਼ ਨੂੰ, ਜਿਹੜਾ ਕਿ ਇਹ ਅਰਬਿੰਦੋ ਦਾ ਦੇਸ਼, ਟੈਗੋਰ ਦਾ ਦੇਸ਼, ਗਾਂਧੀ ਦਾ ਦੇਸ਼, ਵਿਵੇਕਾਨੰਦ ਦਾ ਦੇਸ਼, ਰਾਮਾ ਕ੍ਰਿਸ਼ਨ ਪਰਮਹੰਸ ਦਾ ਦੇਸ਼, ਇਹ ਸਾਡੇ ਗੁਰੂਆਂ ਦੀ ਪ੍ਰੋਇਆ ਦਾ ਦੇਸ਼, ਇਹ ਦੇਸ਼ ਜਿਹੜਾ ਹੈਗਾ ਇਹ ਸੱਚ ਬੋਲਣ ਉੱਤੇ ਮੰਨਦਾ, ਜਿਹੜਾ ਲੋਕਾਂ ਦਾ ਧਰਮ ਹੋਵੇ ਉਹਦੀ ਗੱਲ ਕਰਦਾ। ਦੋ ਗੁੱਟਾਂ ਦੀ ਜਦੋਂ ਲੜਾਈ ਸੀ, ਉਦੋਂ ਨਹਿਰੂ ਨੇ ਪਾਲਿਸੀ ਬਣਾਈ ਸੀ ਕਿ ਅਸੀਂ ਪਰੇ ਰਹਿਣਾ। ਇਸ ਲਈ ਦੋ ਗੁੱਟਾਂ ਲੜਾਈ ਨਹੀਂ, ਇਸ ਲਈ ਤਾਂ ਵਰਲਡ ਇੱਕ ਨਵਾਂ ਮੋੜ ਲੈ ਰਿਹਾ। ਇਸ ਲਈ ਭਾਰਤ ਨੂੰ ਸਟੈਂਡ ਲੈਣਾ ਪਵੇਗਾ ਕਿ ਕਿਸ ਸਾਈਡ ਤੇ ਅਸੀਂ ਖੜੇ ਹੋਣਾ, ਕੀ ਗੱਲ ਕਰਨੀ, ਨਹੀਂ ਤੇ ਅਸੀਂ ਪਿੱਛੜ ਜਾਵਾਂਗੇ। ਠੀਕ ਹੈ। ਗੁਰਮੀਤ ਸਿੰਘ ਭਲਾਈ, ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਜਾਣਾ, ਇਹਦਾ ਕੋਈ ਸਰ ਮਤਲਬ ਹੈਗਾ?
ਦੇਖੋ ਮੇਰੇ ਸਮਝ ਵਿੱਚ ਤਾਂ ਕੋਈ ਮਤਲਬ ਨਹੀਂ, ਕਿਉਂਕਿ ਸਿਕਿਉਰਿਟੀ ਕੌਂਸਲ ਦੇ ਵਿੱਚ ਵੀ ਜਿਹੜੇ ਸਾਰੇ ਮਤੇ ਪਾਸ ਹੋਏ ਨੇ ਉਹਨੂੰ ਇੱਕੋ ਦੇਸ਼ ਨੇ ਵੀਟੋ ਕਰ ਦਿੱਤਾ। ਇਸੇ ਤਰ੍ਹਾਂ ਜਨਰਲ ਅਸੈਂਬਲੀ ਦੇ ਵਿੱਚ ਵੀ ਜਿਹੜਾ ਇਹ ਸਾਰਾ ਕੁਝ ਹੋ ਰਿਹਾ, ਭਾਵੇਂ ਹਰੇਕ ਦੇਸ਼ ਜਿਹੜਾ ਹੈ ਆਪੋ ਆਪਣੀ ਪੜਾਸ ਉੱਥੇ ਕੱਢੇਗਾ, ਜੰਗ ਦੇ ਵਿਰੋਧ ਦੇ ਵਿੱਚ ਗੱਲਾਂ ਕਰੇਗਾ ਜਾਂ ਹੱਕ ਦੇ ਵਿੱਚ ਗੱਲਾਂ ਕਰੇਗਾ, ਪਰ ਅਖੀਰ ਦੇ ਵਿੱਚ UN ਜਾਂ ਇਹਦੇ ਨਾਲ ਸੰਬੰਧਿਤ ਜਿਹੜੀਆਂ ਸੰਸਥਾਵਾਂ ਨੇ, ਮੈਂ ਇਹ ਮੇਰੇ ਮਨ ਦੇ ਵਿੱਚ ਲਗਾਤਾਰ ਇਹ ਸਵਾਲ ਆ ਰਿਹਾ ਵੀ ਉਹ ਇਨਫੈਕਟਿਵ ਹੋ ਗਈਆਂ ਨੇ। ਇਹਨਾਂ ਸੰਸਥਾਵਾਂ ਨੇ ਵੀ ਖਾਸ ਤੌਰ ਤੇ ਅਮਰੀਕਾ ਦੇ ਹੱਥ ਟੋਕੇ ਦੇ ਤੌਰ ਤੇ ਪਿਛਲੇ ਸਮੇਂ ਦੇ ਵਿੱਚ ਕੰਮ ਕੀਤਾ, ਔਰ ਇਹ ਪੂਰੇ ਇੰਟਰਨੈਸ਼ਨਲ ਪੱਧਰ ਤੇ ਇਹੋ ਜਿਹੀ ਗੱਲ ਹੈ ਜਿਹਦੇ ਨਾਲ ਇਹਦੀ ਕ੍ਰੈਡੀਬਿਲਿਟੀ ਜਿਹੜੀ ਹੈ ਉਹ ਖਤਮ ਹੁੰਦੀ ਜਾ ਰਹੀ ਹੈ। ਤੋ ਇੰਟਰਨੈਸ਼ਨਲ ਕੋਰਟ ਦੇ ਵਿੱਚ ਜਾਣ ਦਾ ਜਿਸ ਵੇਲੇ ਵੀਟੋ ਪਾਵਰ ਉਹਨੇ ਵਰਤ ਲਈ, ਹੁਣ ਇੰਟਰਨੈਸ਼ਨਲ ਕੋਰਟ ਵਾਲੇ ਕਹਿ ਵੀ ਦੇਣਗੇ ਵੀ ਆਹੋ ਜੀ ਜੰਗ ਬੜੀ ਮਾੜੀ ਹੈ, ਇਹਨੂੰ ਖਤਮ ਕਰ ਦੇਣਾ ਚਾਹੀਦਾ, ਤੇ ਇਹਦਾ ਅਰਥ ਤਾਂ ਕੋਈ ਮੈਨੂੰ ਤੇ ਨਹੀਂ ਲੱਗਦਾ। ਚਲੋ ਡਾਕਟਰ ਜੀਵ ਖੋਸਲਾ, ਆਮ ਆਦਮੀ ਦੀ ਗੱਲ ਨਹੀਂ ਹੋ ਰਹੀ, ਉਹਨੂੰ ਫੂਡ ਸਿਕਿਉਰਿਟੀ ਕਿਵੇਂ ਉਹਦੇ ਲਈ ਧਿਆਨ ਰੱਖਿਆ ਜਾਊਗਾ। ਆਮ ਆਦਮੀ ਉੱਥੇ ਹੀ ਮਿਸਿੰਗ ਆ ਜਿੱਥੇ ਤੇਲ ਦੀ ਗੱਲ ਹੁੰਦੀ ਹੈ, ਆਮ ਆਦਮੀ ਉੱਥੇ ਹੀ ਮਿਸਿੰਗ ਆ ਜਿੱਥੇ ਗੈਸ ਦੀ ਗੱਲ ਹੁੰਦੀ ਹੈ, ਯੂਕਰੇਨ ਰਸ਼ੀਆ ਦੇ ਵਿੱਚ ਕਣਕ ਦੀ ਗੱਲ ਹੁੰਦੀ, ਆਮ ਆਦਮੀ ਉੱਥੇ ਹੀ ਮਿਸ ਹੈ ਸਰ, ਉਹਦੀ ਕੋਈ ਗੱਲ ਨਹੀਂ ਹੋ ਰਹੀ। ਡਾਕਟਰ ਜੀਵ ਖੋਸਲਾ, ਤੁਹਾਨੂੰ ਕੀ ਲੱਗਦਾ ਕਿ ਇਸ ਪੂਰੇ ਜੰਗ ਦੇ ਵਿਚਾਲੇ ਇਹ ਡਾਲਰ, ਰੂਬਲ, ਯੂਰੋ ਹੈ, ਪੌਂਡ ਹੈ, ਰੁਪਈਆ ਸਰ, ਇਹਨਾਂ ਦੀ ਗੱਲ ਹੋ ਕੇ ਰਹਿ ਜੂਗੀ, ਹਥਿਆਰਾਂ ਦੀ ਗੱਲ ਹੋ ਕੇ ਰਹਿ ਜੂਗੀ, ਹੋਰ ਕਿਸੇ ਦੀ ਕੋਈ ਗੱਲ ਨਹੀਂ ਹੋਊਗੀ? ਡਾਕਟਰ ਜੀਵ ਖੋਸਲਾ, ਦੇਖੋ ਜੀ, ਮੈਂ ਪਹਿਲਾਂ ਕਰਨਲ ਸਾਹਿਬ ਨੇ ਜਿਹੜੀ ਗੱਲ ਕੀਤੀ ਸੀ ਨਾ ਜੀ, ਮੈਂ ਕਰਨਲ ਸਾਹਿਬ ਦੀ ਗੱਲ ਨੂੰ ਅੱਗੇ ਵਧਾਉਣਾ ਚਾਹੁੰਦਾ। ਕਰਨਲ ਸਾਹਿਬ ਨੇ ਕਿਹਾ ਵੀ ਇੰਗਲੈਂਡ ਦੇ ਵਿੱਚ ਬੜੀ ਸਾਰੀ ਸਮੱਸਿਆਵਾਂ ਜਿਹੜੀਆਂ ਨੇ ਇਸ ਵੇਲੇ ਲੰਡਨ ਦੇ ਵਿੱਚ ਨੇ ਉਹ ਦੇਖ ਰਹੇ ਨੇ। ਦੇਖੋ ਜਿਹੜੀਆਂ ਉੱਥੇ ਦੀਆਂ ਸਮੱਸਿਆਵਾਂ ਨੇ ਤੇ ਜਿਹੜੀ ਹਿੰਦੁਸਤਾਨ ਦੀ ਸਮੱਸਿਆ, ਉਹਨਾਂ ਦੇ ਵਿੱਚ ਫੰਡਾਮੈਂਟਲ ਡਿਫਰੈਂਸਸ ਨੇ। ਉੱਥੇ ਦੀ ਜਿਹੜੀ ਸਮੱਸਿਆ ਹੈ ਉਹ ਡਿਮਾਂਡ ਸਾਈਡ ਤੋਂ ਹੈ, ਲੋਕਾਂ ਦੇ ਹੱਥਾਂ 'ਚ ਪੈਸਾ ਗਿਆ, ਲੋਕਾਂ ਨੇ ਉਸ ਪੈਸੇ ਨੂੰ ਖਰਚਣਾ ਸ਼ੁਰੂ ਕੀਤਾ, ਸਪਲਾਈ ਚੇਨਸ ਜਿਹੜੀਆਂ ਨੇ ਚੋਕ ਹੋਈਆਂ ਨੇ ਹੁਣ ਲੜਾਈ ਕਾਰਨ ਔਰ ਪਹਿਲਾਂ ਕਰੋਨਾ ਦੇ ਕਾਰਨ। ਜਿੱਦਾਂ ਅਸੀਂ ਤਾਈਵਾਨ ਤੋਂ ਦੇਖ ਰਹੇ ਹਾਂ ਚਿਪ ਨਹੀਂ ਬਣ ਕੇ ਆ ਰਹੀ, ਤੇ ਇਦਾਂ ਦੀਆਂ ਸਪਲਾਈ ਚੇਨ ਜਿਹੜੀਆਂ ਚੋਕ ਹੋਈਆਂ, ਇਸ ਕਰਕੇ ਉੱਥੇ ਜਿਹੜੀ ਸਮੱਸਿਆ ਹੈ ਉਹ ਡਿਮਾਂਡ ਸਾਈਡ ਤੋਂ ਹੈ। ਜਦੋਂ ਅਸੀਂ ਹਿੰਦੁਸਤਾਨ ਦੀ ਗੱਲ ਕਰਦੇ ਹਾਂ ਤਾਂ ਹਿੰਦੁਸਤਾਨ ਦੀ ਸਮੱਸਿਆ ਜਿਹੜੀ ਹੈ ਇਹ ਸਪਲਾਈ ਸਾਈਡ ਦੀ ਹੈ। ਸਾਡੇ ਵਪਾਰੀਆਂ ਨੇ, ਸਾਡੇ ਸਰਮਾਏਦਾਰੀ ਸਿਸਟਮ ਨੇ ਇਹਨਾਂ ਚੀਜ਼ਾਂ ਦੇ ਰੇਟ ਆਲਰੇਡੀ ਵਧਾਏ ਹੋਏ ਆ। ਤਾਂ ਪਹਿਲਾਂ ਤਾਂ ਸਾਨੂੰ ਇਸ ਚੀਜ਼ ਨੂੰ ਨਜਿੱਠਣਾ ਪਏਗਾ। ਦੂਜੀ ਗੱਲ ਫੂਡ ਸਿਕਿਉਰਿਟੀ ਦੀ, ਜੇ ਆਪਾਂ ਕਰਨਲ ਸਾਹਿਬ ਇਸ ਚੀਜ਼ ਨੂੰ ਲੈ ਵੀ ਲਈਏ ਵੀ ਫੂਡ ਸਿਕਿਉਰਿਟੀ ਦੇ ਵਿੱਚ ਜਿੱਦਾਂ ਪੈਂਡੈਮਿਕ ਦੇ ਵਿੱਚ ਸਰਕਾਰ ਨੇ ਹੈਲਪ ਕੀਤੀ ਸੀ ਉਹ ਫੇਰ ਕਰ ਦੇਗੀ, ਤਾਂ ਸਮੱਸਿਆਵਾਂ ਦੋ ਹੋਰ ਨਾਲ ਖੜੀਆਂ ਜੁੜਦੀਆਂ ਨੇ ਜੀ। ਪਹਿਲੀ ਚੀਜ਼ ਹੈ ਬੇਰੁਜ਼ਗਾਰੀ ਦੀ, ਔਰ ਦੂਜੀ ਨਾਲ ਜਿਹੜੀ ਜੁੜੇਗੀ ਉਹ ਆਏਗੀ ਜ਼ਿਆਦਾ ਇਨਫਲੇਸ਼ਨ ਦੀ। ਦੋ ਚੀਜ਼ਾਂ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਹਿੱਟ ਕਰਨ ਵਾਲੀਆਂ ਨੇ। ਕੇਪੀ ਜੀ, ਜਿਹੜਾ ਤੁਹਾਡਾ ਸਵਾਲ ਹੈਗਾ ਕਿ ਆਮ ਆਦਮੀ ਦੋ ਜਗ੍ਹਾ ਦੇ ਉੱਤੇ ਰਗੜਿਆ ਜਾਏਗਾ। ਪਹਿਲੀ ਚੀਜ਼ ਬੇਰੁਜ਼ਗਾਰੀ, ਜਿਹਦੇ ਵਾਸਤੇ ਸਰਕਾਰ ਹਜੇ ਤੱਕ ਵੀ ਕਿਸੇ ਤਰੀਕੇ ਦੇ ਨਾਲ ਮੋਬਿਲਾਈਜ਼ ਨਹੀਂ ਹੋਈ ਹੈ, ਔਰ ਦੂਸਰੀ ਚੀਜ਼ ਹੈ ਇਨਫਲੇਸ਼ਨ ਨੂੰ ਲੈ ਕੇ ਜਿਹੜੀ ਸਾਡੇ ਉੱਤੇ ਹਿੱਟ ਕਰਨ ਜਾ ਰਹੀ ਹੈ। ਮੈਂ ਪਹਿਲਾਂ ਜ਼ਿਕਰ ਕੀਤਾ ਵੀ ਸਾਡੇ ਸਿਸਟਮਸ ਜਿਹੜੇ ਨੇ ਫੇਲ ਹੋਏ ਆ, ਜਿਹਦੇ ਕਰਕੇ ਸਾਡੇ ਉੱਤੇ ਮਹਿੰਗਾਈ ਦੀ ਮਾਰ ਜਿਹੜੀ ਹੈ ਥੋਪੀ ਜਾਵੇਗੀ। ਡਾਕਟਰ ਜੀਵ ਖੋਸਲਾ, ਨੌਕਰੀਆਂ ਜਾਣਗੀਆਂ, ਨੌਕਰੀਆਂ ਕੱਟਣਗੀਆਂ? ਨੌਕਰੀਆਂ ਤਾਂ ਹੈ ਕਿੱਥੇ ਜਿਹੜੀਆਂ ਕੱਟਣਗੀਆਂ, ਜੋ ਹੈਗੀਆਂ ਉਹ ਵੀ ਕੱਟੀਆਂ ਜਾਣਗੀਆਂ। ਚਲੋ, ਜੇ ਨਹੀਂ ਵੀ ਨੌਕਰੀ ਜਾਂਦੀ, ਮੈਂ ਕਹਿੰਦਾ ਕੇਪੀ ਜੀ, ਜੇ ਨਹੀਂ ਵੀ ਜਾਂਦੀ ਤਾਂ ਵੀ ਇਨਫਲੇਸ਼ਨ ਮਾਰ ਰਹੀ ਹੈ। ਜਿਨ੍ਹਾਂ ਲੋਕਾਂ ਦੇ ਕੋਲ ਹੈ ਵੀ ਉਹਨਾਂ ਨੂੰ ਵੀ ਤਾਂ ਇਨਫਲੇਸ਼ਨ ਮਾਰ ਰਹੀ ਹੈ। ਚਲੋ ਡਾਕਟਰ ਜੀਵ ਖੋਸਲਾ, ਮੈਂ ਅੱਜ ਇੱਕ ਕਿਸੇ ਨਾਲ ਗੱਲ ਕਰ ਰਿਹਾ ਸੀ, ਉਹ ਕਹਿੰਦਾ ਡਾਇਰੈਕਟ ਜਦੋਂ ਤੱਕ ਮੈਨੂੰ ਨਹੀਂ ਹਿੱਟ ਕਰਦੀ ਵੀ ਜੰਗ, ਤੇ ਮੈਂ ਜੰਗ ਦੀ ਗੱਲ ਕਿਉਂ ਕਰਾਂ? ਤੇ ਹੁਣ ਤੁਸੀਂ ਕਹਿੰਦੇ ਵੀ ਉਹ ਡਾਇਰੈਕਟ ਹਿੱਟ ਕਰ ਰਹੀ ਹੈ, ਆਮ ਆਦਮੀ ਤੱਕ ਹਿੱਟ ਕਰ ਰਹੀ ਹੈ। ਸ਼ਾਇਦ ਇਸੇ ਸਵਾਲ ਨੂੰ ਅਸੀਂ ਨਹੀਂ ਸਮਝ ਪਾ ਰਹੇ। ਇੱਕ ਛੋਟਾ ਬ੍ਰੇਕ ਲਊਂਗਾ, ਬ੍ਰੇਕ ਤੋਂ ਵਾਪਸ ਆਊਂਗਾ। ਯੂਕਰੇਨ ਸੰਕਟ ਤੇ ਸਟੈਂਡ ਕੀ ਹੈਗਾ, ਇਸ ਸਟੈਂਡ ਦੇ ਵਿਚਾਲੇ ਜਿਹੜੇ ਚਿਹਰੇ ਤੁਸੀਂ ਵੱਡੇ ਵੱਡੇ ਦੇਖਦੇ ਪਿਓ, ਇਹਨਾਂ ਦੇ ਸਟੈਂਡ ਦੇ ਵਿਚਾਲੇ ਤੁਹਾਡਾ ਸਟੈਂਡ ਹੈ ਜਿਹੜਾ ਉਹ ਵੀ ਕਲੀਅਰ ਹੋਣਾ ਚਾਹੀਦਾ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡਾ ਸਟੈਂਡ ਹੈ ਜਿਹੜਾ ਇਹ ਲੜਾਈ ਹੈ ਖਿੱਚ ਨਾ ਲਵੇ। ਵਾਪਸ ਆ ਰਿਹਾ। ਯੂਕਰੇਨ ਸੰਕਟ ਤੇ ਰਾਜਨੀਤੀ ਤੋਂ ਕੂਟਨੀਤੀ ਤੱਕ ਦੁਨੀਆ ਦੇ ਕਿਹੜੇ ਮੁਲਕ ਸੁੱਤੇ ਫਸੇ। ਕਰਨਲ ਜੈਵੰਤ ਸਿੰਘ, ਇੱਕ ਬੜਾ ਛੋਟਾ ਜਿਹਾ ਮੈਨੂੰ ਤੁਹਾਡੇ ਤੋਂ ਜਵਾਬ ਚਾਹੀਦਾ। ਤੁਸੀਂ ਇੱਕ ਬੜੀ ਵਧੀਆ ਗੱਲ ਕਹੀ ਸੀ ਸ਼ੁਰੂਆਤ ਦੇ ਵਿੱਚ, ਤੁਸੀਂ ਡਿਫੈਂਸ ਐਨਲਿਸਟ ਵੀ ਹੋ, ਆਰਟੀਕਲ ਵਗੈਰਾ ਲਿਖਦੇ ਰਹਿੰਦੇ, ਤੁਹਾਨੂੰ ਇਸ ਬਾਬਤ ਚੰਗੀ ਤਰ੍ਹਾਂ ਪਤਾ ਹੈਗਾ। ਕਰਨਲ ਜੈਵੰਤ, ਤੁਸੀਂ ਕਿਹਾ ਸੀਗਾ ਕਿ ਸਾਨੂੰ ਇਹ ਵੀ ਦੇਖਣਾ ਹੈ ਕਿ ਚਾਈਨਾ, ਪਾਕਿਸਤਾਨ ਇਸ ਚੀਜ਼ਾਂ ਦਾ ਫਾਇਦਾ ਨਾ ਉਠਾ ਲੈਣ, ਇਸ ਲਈ ਸਾਨੂੰ ਆਪਦਾ ਸਟੈਂਡ ਆ ਜਿਹੜਾ ਉਸ ਤਰੀਕੇ ਨਾਲ ਸਾਨੂੰ ਫੂਕ ਕੇ ਕਦਮ ਰੱਖਣੇ ਚਾਹੀਦੇ ਆ। ਕਰਨਲ ਜੈਵੰਤ ਸਿੰਘ, ਜਦੋਂ ਇਹ ਗੱਲਾਂ ਹੁੰਦੀਆਂ ਨੇ ਤਾਂ ਉਦੋਂ ਸਾਨੂੰ ਇਹ ਵੀ ਸੋਚਣਾ ਪਊਗਾ ਅਸੀਂ ਡਿਫੈਂਸ ਸਟ੍ਰੈਟਜੀ ਆ ਜਿਹੜੀ ਆਪਦੀ ਉਸ ਨੂੰ ਥੋੜ੍ਹਾ ਸਟਰੋਂਗ ਕਰਨਾ, ਹੋਰ ਹਥਿਆਰ ਖਰੀਦਣੇ ਪੈਣਗੇ ਸਾਨੂੰ। ਕਰਨਲ ਜੈਵੰਤ ਸਿੰਘ, ਇਨ ਫਿਊਚਰ
जी पक्का हथियार ऐसा कुछ हो सकता है, हजे तक तो नहीं होया, पर अगर अगली गल करो ਤੇ ਆਪਣੇ ਆਪ ਨੂੰ ਆਪਣੇ ਡਿਫੈਂਸ ਨੂੰ ਹੋਰ ਸਟਰੋਂਗ ਕਰਨ ਦੇ ਵਾਸਤੇ ਸਾਨੂੰ ਬਹੁਤ ਠੋਸ ਕਦਮ ਲੈਣੇ ਪੈਣਗੇ। ਅਗਰ ਕੋਈ ਐਸਾ ਮਿਸ ਐਡਵੈਂਚਰ ਸ਼ੁਰੂ ਹੋ ਜਾਂਦਾ ਹੈ ਚਾਈਨਾ ਦੇ ਸਾਈਡ ਤੋਂ, ਚਾਈਨਾ ਤਵਾਨ ਦੇ ਉੱਤੋਂ ਦੀ ਸ਼ੁਰੂ ਕਰ ਸਕਦਾ ਹੈ, ਚਾਈਨਾ ਜਿਹੜਾ ਉਹ ਈਸਟਰਨ ਲਦਾਖ 'ਚ ਕਰ ਸਕਦਾ, ਨਾਲ ਆਪਣੇ ਪਾਕਿਸਤਾਨ ਨੂੰ ਵੀ ਲੈ ਕੇ ਕਰ ਸਕਦਾ ਹੈ। ਉਹਦੇ ਵਾਸਤੇ ਆਰਮੀ ਨੂੰ ਪੂਰੀ ਤਰ੍ਹਾਂ ਪਤਾ ਹੈ, ਸਾਡੀਆਂ ਆਰਮ ਫੋਰਸਿਸ ਜਿਹੜੀਆਂ ਨੇ ਉਹ ਪੂਰੀ ਤਰ੍ਹਾਂ ਤਿਆਰ ਨੇ 2.5 ਫਰੰਟ ਦੇ ਵਾਸਤੇ। ਤੇ ਐਸੀ ਕੋਈ ਗੱਲ ਨਹੀਂ ਹੈ ਕਿ ਵੀ ਚਾਈਨਾ ਸਾਡੇ ਉੱਤੇ ਓਵਰਰਾਈਡ ਕਰ ਜਾਏਗਾ, ਐਸਾ ਕੁਝ ਨਹੀਂ ਹੋਣ ਵਾਲਾ, ਪਰ ਤਿਆਰ ਹੋਣਾ ਸਾਡੇ ਵਾਸਤੇ ਜ਼ਰੂਰੀ ਹੈ। ਦੂਸਰਾ KP ਸਿੰਘ ਜੀ, ਅਗਰ ਸਟ੍ਰੈਟੇਜਿਕਲੀ ਗੱਲ ਕਰੀਏ ਤੇ ਤੁਸੀਂ ਇੰਡੀਆ ਦੇ, ਅਸੀਂ ਚਲੋ ਇਸ ਵੇਲੇ ਹਰ ਇੱਕ ਕੰਟਰੀ ਦੀਆਂ ਬਹੁਤ ਵੱਡੀਆਂ ਪ੍ਰੋਬਲਮਸ ਨੇ, ਪਰ ਇੰਡੀਆ ਦੀ ਅਗਰ ਤੁਸੀਂ ਸਟ੍ਰੈਟੇਜਿਕਲੀ ਇਸ ਵੇਲੇ ਪੋਜੀਸ਼ਨ ਦੇਖੋ, ਵੀ ਆਰ ਅ ਵੈਰੀ ਗੁੱਡ ਮਿਲਟਰੀ ਪਾਵਰ। ਸਾਡੀ ਇਕਨੋਮਿਕਸ ਜਿਹੜੀਆਂ ਨੇ ਉਹ ਬਾਕੀ ਕੰਟਰੀਆਂ ਤੋਂ ਬਹੁਤ ਜ਼ਿਆਦਾ ਸਟਰੋਂਗ ਨੇ ਇਸ ਵੇਲੇ, ਤੇ ਸਾਡਾ ਮੋਰਲ ਸਟੇਚਰ ਜਿਹੜਾ ਹੈਗਾ ਵਰਲਡ ਦੇ ਵਿੱਚ ਬਹੁਤ ਹਾਈ ਹੈ। ਤੇ ਸਾਨੂੰ ਇਹ ਤਿੰਨ ਚੀਜ਼ਾਂ ਨੂੰ ਲੀਵਰੇਜ ਕਰਕੇ ਤੇ ਇਸ ਜਿਹੜੀ ਪ੍ਰੋਬਲਮ ਹੈ, ਜਿਹੜਾ ਭਾਈ ਸਾਹਿਬ ਕਹਿ ਰਹੇ ਸੀਗੇ ਕਿ ਜੰਗ ਨਹੀਂ ਹੋਣੀ ਚਾਹੀਦੀ, ਅਸੀਂ ਵੀ ਮੰਨਦੇ ਹਾਂ, ਸਾਨੂੰ ਉਸੇ ਪਾਸੇ ਆਪਣੇ ਆਪ ਨੂੰ ਪੂਰੀ એનર્ਜੀ ਲਗਾਉਣੀ ਚਾਹੀਦੀ ਹੈ ਕਿ ਕਿਸੇ ਤਰ੍ਹਾਂ ਇਹ ਜਿਹੜਾ ਸਿਚੁਏਸ਼ਨ ਹੈ ਡਿਫਿਊਜ਼ ਹੋ ਜਾਏ। ਵੀ ਹੈਵ ਦ ਪੋਟੈਂਸ਼ੀਅਲ, ਸਾਡਾ ਸਟੇਚਰ ਹੈਗਾ, ਲੋਕ ਸਾਡੀ ਗੱਲ ਵੀ ਸੁਣਦੇ ਨੇ। ਸੋ ਬੈਸਟ ਇਹੋ ਹੀ ਹੋਏਗਾ ਅਗਰ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਨਾਲ ਇਸ ਕਨਫਲਿਕਟ ਨੂੰ ਡਿਫਿਊਜ਼ ਕਰਨ ਦੀ ਕੋਸ਼ਿਸ਼ ਕਰੀਏ। ਠੀਕ ਹੈ ਡਾਕਟਰ ਜੀ, ਗਵਰਨਮੈਂਟ ਕਰ ਰਹੀ ਹੈ। ਠੀਕ ਹੈ ਸਰ। ਡਾਕਟਰ ਜੀ ਖੋਸਲਾ, ਕਰਨਲ ਜੈਵੰਤ ਸਿੰਘ ਹਰਾਂ ਨੇ ਇੱਕ ਡਿਫੈਂਸ ਐਨਲਿਸਟ ਦੇ ਤੌਰ ਤੇ ਸਾਫ਼ ਕਹਿਤਾ ਕਿ ਸਾਨੂੰ ਆਪਦੀ ਡਿਫੈਂਸ ਨੂੰ ਮਜ਼ਬੂਤ ਕਰਨ ਦੇ ਲਈ ਹੋਰ ਹਥਿਆਰ ਜਾਂ ਹੋਰ ਚੀਜ਼ਾਂ ਕਰਨ ਦੀ ਜ਼ਰੂਰਤ ਹੈਗੀ ਹੈ। ਡਾਕਟਰ ਜੀ ਖੋਸਲਾ, ਜੇ ਕਰਨ ਦੀ ਜ਼ਰੂਰਤ ਪੈਂਦੀ ਹੈ, ਇਹਦਾ ਮਤਲਬ ਬੋਝ ਆਮ ਆਦਮੀ ਤੇ ਪਊਗਾ ਫਿਰ? ਦੇਖੋ ਜੀ, ਸਰਕਾਰ ਦੀ ਪਾਲਿਸੀ ਦੇ ਉੱਤੇ ਡਿਪੈਂਡ ਕਰੇਗਾ। ਜਿੱਦਾਂ ਹੁਣ ਸਰਕਾਰ ਨੇ 2 ਲੱਖ ਕਰੋੜ ਰੁਪਈਆ ਐਤਕੀ ਕੈਪੀਟਲ ਐਕਸਪੈਂਡੀਚਰ ਦੇ ਲਈ ਬਜਟ ਦੇ ਵਿੱਚ ਰੱਖਿਆ। ਹੁਣ ਉਸ 2 ਲੱਖ ਕਰੋੜ ਨੂੰ ਸਰਕਾਰ ਕਿਹੜੇ ਪਾਸੇ ਇਸਤੇਮਾਲ ਕਰਦੀ ਹੈ? ਕਿਆ ਲੋਕਾਂ ਦੇ ਉੱਤੇ ਲਾ ਕੇ ਲੋਕਾਂ ਦੇ ਲਈ ਰੋਜ਼ਗਾਰ ਪੈਦਾ ਕਰਨ ਦੇ ਲਈ ਕਰਦੀ ਹੈ, ਜਾਂ ਡਿਫੈਂਸ ਆਰਮਾਮੈਂਟਸ ਜਿਹੜੀਆਂ ਨੇ, ਡਿਫੈਂਸ ਇਕਵਿਪਮੈਂਟਸ, ਉਹਦੇ ਵੱਲ ਨੂੰ ਪੈਸਾ ਜਿਹੜਾ ਚੈਨਲਾਈਜ਼ ਕਰਕੇ ਉੱਥੇ ਇਸਤੇਮਾਲ ਕਰਦੀ ਹੈ? ਤਾਂ ਇਹ ਡਿਪੈਂਡ ਕਰੇਗਾ ਜੀ, ਜੇ ਤਾਂ ਲੋਕਾਂ ਵੱਲ ਨੂੰ ਕਰਦੇ ਨੇ ਜਾਂ ਤੇਲ ਦੇ ਲਈ ਐਕਸਾਈਜ਼ ਡਿਊਟੀ ਜਿਹੜੀ ਹੈਗੀ ਉਹ ਵੀ ਬਹੁਤ ਇੰਪੋਰਟੈਂਟ ਹੈ ਜੀ, ਵੀ ਐਕਸਾਈਜ਼ ਡਿਊਟੀ ਦੇ ਲਈ ਕਰਦੇ ਆ, ਲੋਕਾਂ ਦੇ ਉੱਤੇ ਕਰਦੇ ਆ, ਜਾਂ ਡਿਫੈਂਸ ਦੇ ਉੱਤੇ ਕਰਦੇ ਆ। ਤਾਂ ਬਹੁਤ ਜ਼ਿਆਦਾ ਨਿਰਭਰ ਕਰੇਗਾ ਸਰਕਾਰ ਕਿਹੜੇ ਪਾਸੇ ਇਸ ਪੈਸੇ ਨੂੰ ਜਿਹੜਾ ਹੈ ਲਾਉਣ ਲੱਗੀ ਹੈ। ਜੇ ਲੋਕਾਂ ਵੱਲ ਜਾਏਗਾ, ਨੌਕਰੀਆਂ ਨਿਕਲਣਗੀਆਂ, ਲੋਕਾਂ ਦੀ ਹਾਲਤ ਜਿਹੜੀ ਹੈ ਸੁਧਰੇਗੀ। ਜੇ ਇਹ ਕਿਸੇ ਪਾਸਿਓਂ ਗਲਤ ਪਾਸੇ ਲੀਕੇਜ ਹੋ ਜਾਂਦੀ ਹੈ ਇਸ ਪੈਸੇ ਦੀ, ਤਾਂ ਫਿਰ ਸਮੱਸਿਆਵਾਂ ਖੜੀਆਂ ਰਹਿਣਗੀਆਂ ਲੋਕਾਂ ਦੇ ਲਈ। ਠੀਕ, ਹਾਂਜੀ ਕਰਨਲ ਸਾਹਿਬ ਬੋਲੋ ਫਟਾਫਟ। KP ਸਿੰਘ ਜੀ ਸੌਰੀ, ਇਸ ਗੱਲ ਦੇ ਵਿੱਚ ਇੱਕ ਗੱਲ ਬੜੀ ਜ਼ਰੂਰੀ ਹੈ ਕਹਿਣ ਵਾਸਤੇ ਕਿ ਇੰਡੀਆ ਦੇ ਵਿੱਚ ਜਿਹੜੀ ਸਾਡਾ ਪਰਸੈਂਟੇਜ ਆਫ GDP 1.2 ਜਾਂ 1.3% ਯੂਜ਼ ਹੁੰਦੀ ਹੈ ਡਿਫੈਂਸ ਦੇ ਵਿੱਚ, ਵਿਚ ਇਜ਼ ਦ ਲੋਐਸਟ ਇਨ ਦ ਵਰਲਡ। ਤੇ ਅਗਰ ਅਸੀਂ ਇਸ ਨੂੰ, ਅਗਰ ਇੱਥੇ ਕਨਫਲਿਕਟ ਦੇ ਵਾਸਤੇ ਅਸੀਂ ਤਿਆਰੀ ਕਰਨੀ ਹੈ, ਤੇ ਅਸੀਂ ਇਹਨੂੰ ਅਗਰ 4 ਜਾਂ 5% ਤੇ ਵੀ ਲੈ ਜਾਵਾਂਗੇ, ਤੇ ਉਹਦੇ ਨਾਲ ਵੀ ਸਾਨੂੰ ਕੋਈ ਖਾਸ ਐਡਾ ਫਰਕ ਨਹੀਂ ਪੈਣ ਲੱਗਾ। ਨੋਟ ਐਜ਼ ਇਫ ਆਰ ਇਕਨੋਮੀ ਵਿਲ ਸ਼ੈਟਰ। ਸੋ ਅਸੀਂ ਬਹੁਤ ਫੂਕ ਕੇ ਚੱਲਨੇ ਆ। ਇੰਡੀਆ ਬੜਾ ਮੈਚੁਰ ਇੱਕ ਦੇਸ਼ ਹੈਗਾ ਐਸ ਫਾਰ ਐਜ਼, ਤੇ ਸਾਡੀ ਜਿਹੜੀ ਆਰਮੀ ਹੈ ਉਹ ਬੜੀ ਰਿਸਪੌਂਸਿਬਲ ਆਰਮੀ ਹੈ, ਉਹ ਓਡਾ ਹੀ ਲਏਗੀ ਜਿੰਨੀ ਉਹਨੂੰ ਜ਼ਰੂਰਤ ਹੈਗੀ ਹੈ। ਤੇ 1.2% ਆਫ ਦ GDP ਤੇ ਕੁਝ ਵੀ ਨਹੀਂ ਹੁੰਦਾ। ਪਲੇਸ ਲਾਈਕ ਚਾਈਨਾ ਇਜ਼ ਟੇਕਿੰਗ 18%, ਸੌਰੀ ਆਪਣਾ ਪਾਕਿਸਤਾਨ 18% ਯੂਜ਼ ਕਰਦਾ, ਉਹਦੇ ਕੋਲ ਪੈਸੇ ਹੈ ਨਹੀਂ, ਫਿਰ ਵੀ 18% ਯੂਜ਼ ਕਰਦਾ, ਫਿਰ ਵੀ ਸਰਵਾਈਵ ਕਰ ਰਿਹਾ। ਇਸ ਚੀਜ਼ ਨੂੰ ਸੋਚਣਾ ਹੈ। ਠੀਕ ਹੈ। ਗੁਰਮੀਤ ਸਿੰਘ ਭਲਾਈ ਜੀ, ਇੱਕ ਦੌਰ ਇਹੋ ਜਿਹਾ ਆਇਆ ਸੀਗਾ ਜਦੋਂ ਸਾਡੇ ਵਰਗਿਆਂ ਨੇ ਥੋੜਾ ਬਹੁਤ ਪੜ੍ਹਨਾ ਸ਼ੁਰੂ ਕੀਤਾ, ਸਮਝਣਾ ਸ਼ੁਰੂ ਕੀਤਾ, ਸਾਨੂੰ ਲੱਗਣ ਲੱਗ ਪਿਆ ਸੀਗਾ ਉਹ ਜੰਗ ਬੀਤੇ ਵੇਲੇ ਦੀ ਗੱਲ ਹੋ ਗਈ ਜਦੋਂ ਫਸਟ ਸੈਕਿੰਡ ਵਰਲਡ ਵਾਰ ਹੁੰਦੀ ਸੀਗੀ। ਉਸ ਨੂੰ ਹੁਣ ਯਾਦ ਨਹੀਂ ਕੀਤਾ ਜਾਣਾ ਚਾਹੀਦਾ, ਇਹੋ ਜਿਹਾ ਕੋਈ ਮੌਕਾ ਨਹੀਂ ਆਊਗਾ। ਪਰ ਇਸ ਸਦੀ ਦੇ ਵਿੱਚ 22ਵੇਂ ਸਾਲ ਦੇ ਵਿੱਚ ਇਹ ਮੌਕਾ ਸਾਡੇ ਸਾਹਮਣੇ ਖੜਾ ਹੈ। ਗੁਰਮੀਤ ਸਿੰਘ ਭਲਾਈ, ਅੱਜ ਕੀ ਸੋਚਣ ਦੀ ਜ਼ਰੂਰਤ ਹੈ ਕੀ ਹੈ ਕਿ ਅਸੀਂ ਆਮ ਲੋਕਾਂ ਦੀ ਜ਼ਿੰਦਗੀਆਂ ਦੇ ਨਾਲ ਕਦੋਂ ਤੱਕ ਖੇਡਦੇ ਰਹਾਂਗੇ? ਸਰ, ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂਗਾ। ਗੁਰਮੀਤ ਸਿੰਘ ਭਲਾਈ, ਮੇਰਾ ਮੰਨਣਾ ਸਰ, ਹੋ ਸਕਦਾ ਮੈਂ ਨਾ ਸਮਝ ਹੋਵਾਂ ਸਰ, ਮੈਨੂੰ ਨਾ ਪਤਾ ਹੋਵੇ। ਭਲਾਈ ਸਾਹਿਬ ਬਿਲਕੁਲ ਮੈਂ ਇਸ ਗੱਲ ਦੇ ਹੱਕ 'ਚ ਹਾਂ ਕਿ ਜੰਗ ਜਿਹੜੀ ਆ ਕਿਸੇ ਵੀ ਢੰਗ ਦੇ ਨਾਲ ਨਹੀਂ ਹੋਣੀ ਚਾਹੀਦੀ, ਇਹਦਾ ਹੱਲ ਲੱਭਿਆ ਜਾਣਾ ਚਾਹੀਦਾ। ਇੱਕ ਗੱਲ। ਦੂਜੀ ਇਹ ਗੱਲ ਹੈ ਵੀ ਜਿਹੜੇ ਲੋਕ ਥਾਣੇਦਾਰੀ ਕਰਦੇ ਨੇ ਉਹਨਾਂ ਨੂੰ ਜ਼ਮੀਨੀ ਪੱਧਰ ਤੇ ਹਕੀਕਤ ਨੂੰ ਸਮਝਣਾ ਚਾਹੀਦਾ ਵੀ ਮਨੁੱਖਤਾ ਜਿਹੜੀ ਹੈ ਉਹ ਸਰਵਸ਼੍ਰੇਸ਼ਟ ਹੈ। ਉਹਨਾਂ ਦੇ ਨਾਲ ਖਿਲਵਾੜ ਜਿਹੜਾ ਭਲਾਈ ਸਾਹਿਬ ਜਦੋਂ ਤੁਸੀਂ ਇਹ ਗੱਲ ਕਹਿੰਦੇ ਭਲਾਈ ਸਾਹਿਬ, ਮੈਨੂੰ ਇਹ ਲੱਗਦਾ, ਹੋ ਸਕਦਾ ਮੈਂ ਗਲਤ ਹੋਵਾਂ, ਮੈਨੂੰ ਲੱਗਦਾ ਤੁਸੀਂ ਰਸ਼ੀਆ ਦੇ ਨਾਲ ਸਟੈਂਡ ਕਰ ਦਿਓ। ਨਹੀਂ, ਰਸ਼ੀਆ ਨਾਲ ਸਟੈਂਡ ਕਰਨ ਵਾਲੀ ਕੋਈ ਗੱਲ ਨਹੀਂ ਹੈ। ਅਸਲ ਮਾਇਨਿਆਂ ਦੇ ਵਿੱਚ ਗੱਲ ਇਹ ਹੈ ਵੀ ਜਿਹੜੇ ਲੋਕ ਗਲਤ ਢੰਗ ਦੇ ਨਾਲ ਇਸ ਦੁਨੀਆ ਦੇ ਵਿੱਚ ਵਿਚਰਦੇ ਨੇ, ਆਪਣਾ
ਧੌਂਸ ਜਮਾਉਣ ਲਈ ਹਰ ਹੀਲਾ ਵਰਤੇ ਨੇ। ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਰੋਕੇ ਜਾਣ ਦੀ ਜ਼ਰੂਰਤ ਹੈ। ਨਹੀਂ ਫਿਰ ਪਲਾਈ ਸਾਹਿਬ ਮੈਨੂੰ ਦੱਸੋ ਨਾ, ਪਲਾਈ ਸਾਹਿਬ ਮੈਨੂੰ ਥੋੜਾ ਸਮਝਾਓ ਸਰ। ਤੁਸੀਂ ਰਸ਼ੀਆ ਨਾਲ ਖੜੇ ਹੋ, ਚਾਈਨਾ ਨਾਲ ਖੜੇ ਹੋ, ਕਿੰਦੀ ਆਈਡੀਓਲੋਜੀ ਤੁਹਾਨੂੰ ਲੱਗਦਾ ਕਿ ਇਹ ਫਿੱਟ ਬੈਠਦੀ ਹੈ ਦੁਨੀਆ ਦੇ ਲਈ? ਦੇਖੋ, ਇਹਦੇ ਵਿੱਚ ਫਿੱਟ ਬੈਠਣ ਵਾਲੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਢੰਗ ਦੇ ਨਾਲ ਇਹ ਜੰਗ ਜਿਹੜੀ ਆ ਰੋਕੀ ਜਾਣੀ ਚਾਹੀਦੀ ਹੈ, ਇੱਕ ਗੱਲ। ਦੂਜੀ ਇਹ ਹੈ ਵੀ ਧੌਂਸ ਵਾਲੀ ਗੱਲ ਜਿਹੜੀ ਹੈ ਉਸ ਨੂੰ ਖਤਮ ਕੀਤਾ ਜਾਣਾ ਚਾਹੀਦਾ। ਤੀਸਰੀ ਗੱਲ ਇਹ ਆ ਵੀ ਇਸ ਜੰਗ ਦਾ ਜਿਸ ਢੰਗ ਦੇ ਨਾਲ ਅਸਰ ਸਮੁੱਚੇ ਮਨੁੱਖਤਾ ਦੇ ਉੱਤੇ ਹੋਇਆ, ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਕਿਤੇ ਨਾ ਕਿਤੇ ਜਾ ਕੇ ਇਸ ਦੀ ਰੁਕਾਵਟ ਪਾਉਣੀ। ਭਲਾਈ ਸਾਹਿਬ ਤੁਸੀਂ ਇਹ ਮੰਨਦੇ ਹੋ ਕਿ ਅਮਰੀਕਾ ਦੀ ਸੁਪਰਮੇਸੀ ਖਤਮ ਹੋਣੀ ਚਾਹੀਦੀ ਹੈ, ਕਹਿ ਰਹੇ ਹੋ ਤੁਸੀਂ ਭਲਾਈ ਸਾਹਿਬ? ਬਿਲਕੁਲ, ਮੈਂ ਇਸ ਗੱਲ ਦੇ ਹੱਕ ਵਿੱਚ ਹਾਂ ਕਿ ਸੁਪਰਮੇਸੀ ਕਿਸੇ ਵੀ ਦੇਸ਼ ਦੀ, ਚਾਹੇ ਉਹ ਕਰਨਾ ਸਾਹਿਬ ਤੁਸੀਂ ਵੀ ਇਹੀ ਕਹਿ ਰਹੇ ਹੋ? ਠੀਕ, ਕਰਨਾ ਸਾਹਿਬ ਤੁਸੀਂ ਵੀ ਇਹੀ ਕਹਿ ਰਹੇ ਹੋ ਅਮਰੀਕਾ ਦੀ ਸੁਪਰਮੇਸੀ ਖਤਮ ਹੋਣੀ ਚਾਹੀਦੀ ਹੈ? ਦੇਖੋ, ਅਮਰੀਕਾ ਦੀ ਤਾਂ ਪਹਿਲੇ ਤੋਂ ਹੀ ਸੁਪਰਮੇਸੀ ਜਿਹੜੀ ਹੈ, ਜਿੱਦਾਂ ਕਹਿ ਰਹੇ ਨੇ ਕਿ ਇਹ ਮਲਟੀਪੋਲਰ ਵਰਲਡ ਹੋਣੀ ਚਾਹੀਦੀ ਹੈ, ਰੌਣਕੀ ਰਾਮ ਜੀ ਨੇ ਵੀ ਇਹੋ ਕਿਹਾ ਹੈ। ਪ੍ਰੋਬਲਮ ਇਹ ਹੈ KP ਸਿੰਘ ਜੀ ਕਿ ਇਹ ਅਸੀਂ ਕਹਿ ਤੇ ਰਹੇ ਹਾਂ ਕਿ ਲੜਾਈ ਬੰਦ ਹੋਣੀ ਹੈ, ਪਰ ਇਹ ਬੰਦ ਕਿੱਦਾਂ ਹੋਏਗੀ? ਹਜੇ ਤੱਕ ਤੇ ਮਤਲਬ ਐਡਵਾਂਸ ਕਰਨਾ ਸਾਹਿਬ ਮੇਰੇ ਸਵਾਲ ਦਾ ਜਵਾਬ ਨਹੀਂ ਦੇ ਰਹੇ। ਕਰਨਾ ਸਾਹਿਬ ਮੇਰੇ ਸਵਾਲ ਦਾ ਜਵਾਬ ਨਹੀਂ ਦੇ ਰਹੇ ਤੁਸੀਂ, ਕਿ ਸਵਾਲ ਠੀਕ ਨਹੀਂ ਸੀ ਸਰ? ਨਹੀਂ, ਦੇਖੋ ਬਾਈਪੋਲਰ ਵਰਲਡ ਹੋਣੀ ਚਾਹੀਦੀ ਹੈ। ਜਿਹੜੀ ਪਾਵਰ ਹੈ ਉਹ ਇੱਕ ਜਗ੍ਹਾ 'ਚ ਨਹੀਂ ਸੈਂਟਰ ਹੋਣੀ ਚਾਹੀਦੀ। ਗਲਤੀਆਂ ਦੋਵੇਂ ਪਾਸਿਓਂ ਨੇ ਤੇ ਇਹ ਡਾਇਲੌਗ ਦੇ ਨਾਲ ਹੀ ਠੀਕ ਹੋ ਸਕਦੀ ਹੈ। ਠੀਕ ਹੈ। ਪ੍ਰੋਫੈਸਰ ਰੌਣਕੀ ਰਾਮ ਤੁਸੀਂ ਇੱਕ ਇਸ ਤੋਂ ਪਹਿਲਾਂ ਆਪਦੇ ਕਮੈਂਟ ਵਿੱਚ ਕਿਹਾ ਸੀਗਾ ਇੰਡੀਆ ਨੂੰ ਕੋਈ ਸਟੈਂਡ ਤਾਂ ਲੈਣਾ ਪਊਗਾ। ਜਿਹੜਾ ਇਸ ਵਕਤ ਸਥਿਤੀ ਹੈਗੀ ਆ, ਚਾਹੇ UN ਸਿਕਿਉਰਿਟੀ ਕੌਂਸਲ ਦੀ ਹੋਵੇ, ਚਾਹੇ ਹੋਰ ਪਾਬੰਦੀਆਂ ਦੀ ਗੱਲ ਹੋਵੇ, ਉੱਥੇ ਇੰਡੀਆ ਦਾ ਸਟੈਂਡ ਹੈ ਜਿਹੜਾ ਉਹਨੇ ਤਰੀਕੇ ਨਾਲ ਸਪਸ਼ਟ ਨਹੀਂ ਆ ਰਿਹਾ। ਰੌਣਕੀ ਰਾਮ ਜੀ, ਇਹ ਡਿਫੈਂਸ ਦੇ ਨਜ਼ਰੀਏ ਨਾਲ ਵੀ ਸਾਨੂੰ ਸਮਝਣਾ ਪਊਗਾ ਸਰ, ਕਿਉਂਕਿ ਜਿਹੜੇ ਭੂਗੋਲਿਕ ਸਥਿਤੀ ਵਿੱਚ ਅਸੀਂ ਖੜੇ ਹਾਂ ਸਰ, ਉਹਨੂੰ ਕੋਈ ਨਹੀਂ ਸਮਝ ਪਾ ਰਿਹਾ ਸਰ। ਉਹ ਸਾਨੂੰ ਪਤਾ ਹੈ ਕਿੱਥੇ ਅਸੀਂ ਬੈਠੇ ਹਾਂ ਸਰ। ਪ੍ਰੋਫੈਸਰ ਰੌਣਕੀ ਰਾਮ, ਬਿਲਕੁਲ 2 ਮਿੰਟ ਲਵਾਂਗਾ। ਨੰਬਰ 1, ਜਿਹੜੀ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੀ ਇੱਕ ਵਰਲਡ ਬੋਡੀ ਸੀਗੀ, ਇਹ 1991 ਤੋਂ ਬਾਅਦ ਜਦੋਂ ਸੋਵੀਅਤ ਯੂਨੀਅਨ ਖਤਮ ਹੋ ਗਿਆ ਤੇ ਰਸ਼ੀਆ ਬਾਕੀ ਉਹ ਰਿਪਬਲਿਕ ਬਣ ਗਏ, ਇਹਦੀ ਅਹਿਮੀਅਤ ਖਤਮ ਹੋ ਗਈ, ਕਿਉਂਕਿ ਯੂਐਨਓ ਨੂੰ ਉਸ ਤਰ੍ਹਾਂ ਦੀ ਪੋਜੀਸ਼ਨ ਨਹੀਂ ਬਣੀ ਰਹੀ। ਇਸ ਲਈ ਸੋਵੀਅਤ ਯੂਨੀਅਨ ਇਰਾਕ ਵਿੱਚ ਜਾ ਪਾਇਆ ਸੀ ਕਿਉਂਕਿ ਉੱਥੇ ਕੋਈ ਵੀਟੋ ਕਰਨ ਵਾਲਾ, ਅਮਰੀਕਾ ਉੱਥੇ ਜਾ ਪਾਇਆ ਸੀ ਕਿਉਂਕਿ ਉਦੋਂ ਸੋਵੀਅਤ ਯੂਨੀਅਨ ਨਹੀਂ ਸੀਗਾ ਤੇ ਕੋਈ ਵੀਟੋ ਕਰਨ ਵਾਲਾ ਨਹੀਂ ਸੀਗਾ। ਦੂਜੀ ਸਵਾਲ ਇਹ ਹੈ ਕਿ ਇਸ ਲਈ ਕੁਐਸਚਨ ਬਹੁਤ ਅਹਿਮ हुआ ਕਿ ਲੜਾਈ ਭਲਾਈ ਸਾਹਿਬ ਵੀ ਕਹਿ ਰਹੇ ਆ ਖਤਮ ਹੋਣੀ ਚਾਹੀਦੀ ਆ, ਰਾਜਵੰਸ਼ ਸਾਹਿਬ ਵੀ ਕਹਿ ਰਹੇ ਆ ਖਤਮ ਹੋਣੀ ਚਾਹੀਦੀ ਆ, ਲੇਕਿਨ ਹਾਲਾਤ ਇਹ ਆ, ਇਹ ਇੱਕ ਸਾਡਾ ਮੋਰਲ ਸਟੈਂਡ ਵਾ ਕਿ ਲੜਾਈ ਖਤਮ ਹੋਣੀ ਚਾਹੀਦੀ ਆ। ਲੇਕਿਨ ਲੜਾਈ ਦੇ ਨਾਲ ਸਾਨੂੰ ਇਹ ਵੀ ਸੋਚਣਾ ਪਊਗਾ ਕਿ ਲੜਾਈ ਕਿਵੇਂ ਖਤਮ ਹੋਣੀ ਆ, ਜਦ ਤੱਕ ਉਹ ਨਸੂਰ ਜਿਹੜੇ ਪੈਦਾ ਕੀਤੇ ਆ ਕੁਝ ਪਾਵਰਸ ਨੇ, ਉਹਨਾਂ ਪਾਵਰਸ ਨੂੰ ਅਸੀਂ ਕੰਡਮ ਨਾ ਕਰਾਂਗੇ। ਇਸ ਲਈ ਇਹ ਜ਼ਰੂਰੀ ਆ ਜੇ ਅਸੀਂ ਕਹਾਂਗੇ ਲੜਾਈ ਖਤਮ ਹੋਵੇ, ਨਾਲ ਇਹ ਵੀ ਕਹਾਂਗੇ ਕਿ ਨਾਟੋ ਨੂੰ ਔਰ ਕਿਸੇ ਵੀ ਕੀਮਤ ਤੇ ਰਸ਼ੀਆ ਦੇ ਬਾਰਡਰਾਂ ਤੇ ਜਾ ਕੇ ਆਪਣਾ ਨਵਾਂ ਲੋਕ ਉੱਥੇ ਜਿਹੜੇ ਦੇਸ਼ ਹੈ ਉਹਨਾਂ ਨੂੰ ਜੋੜ ਪਾ ਕੇ ਆਪਣੇ ਤੇ ਸ਼ਾਮਲ ਕਰਨ ਦੀ ਜ਼ਰੂਰਤ ਨਹੀਂ ਹੈਗੀ। ਇਹ ਗਲਤ ਹੈ। ਅਗਰ ਇਹ ਇਸ ਤਰ੍ਹਾਂ ਹੁੰਦਾ ਰਹੇਗਾ ਤੇ ਉਹਨੂੰ ਰਸ਼ੀਆ ਨੂੰ ਡਰ ਪਵੇਗਾ ਤੇ ਉਹ ਜ਼ਰੂਰ ਰਿਐਕਟ ਕਰੇਗਾ। ਨੰਬਰ 1। ਦੂਸਰੀ, ਜੇ ਤੁਸੀਂ ਕਹਿੰਦੇ ਹੋ ਕਿ ਦੇਸ਼ ਵਿੱਚ ਨਵੇਂ ਹਥਿਆਰ ਹੋਣੇ ਚਾਹੀਦੇ ਆ, ਇੰਡੀਆ ਤਕੜਾ ਹੋ ਜਾਏਗਾ, KP ਸਿੰਘ ਜੀ ਤੁਹਾਡੇ ਸਾਹਮਣੇ ਐਗਜ਼ਾਮਪਲ ਹੈ, ਸਾਨੂੰ ਅੱਖਾਂ ਨਹੀਂ ਮੁੰਦੜੀਆਂ ਚਾਹੀਦੀਆਂ। ਰਸ਼ੀਆ ਜੇ ਤਕੜਾ ਹੋਇਆ, ਉਹਨੇ ਕਿਸੇ ਤੋਂ ਹਥਿਆਰ ਖਰੀਦੇ ਨਹੀਂ, ਉਹਨੇ ਸਾਰੀ ਆਪਣਾ ਰੂਬਲ ਦੇ ਕੇ ਵੈਪਨ ਨਹੀਂ ਖਰੀਦੇ, ਉਹਨੇ ਆਪਣੀਆਂ ਯੂਨੀਵਰਸਿਟੀਆਂ 'ਚ ਆਪਣੀਆਂ ਲੈਬੋਰਟਰੀਆਂ 'ਚ ਇਨਵੈਸਟ ਕਰਕੇ R&D ਰਿਸਰਚ ਐਂਡ ਡਿਵੈਲਪਮੈਂਟ 'ਚ ਵੈਪਨ ਬਣਾਏ ਆ। ਉਹ ਐਵੇਂ ਨਹੀਂ ਛਾਤੀ ਠੋਕ ਕੇ ਕਹਿ ਰਿਹਾ ਜਿਹੜੇ ਮੇਰੇ ਕੋਲ ਵੈਪਨ ਨੇ, ਇਹ ਮੈਂ ਬਾਰ-ਬਾਰ ਕਹਿ ਰਿਹਾ। ਪੁਤਨ ਕਹਿੰਦਾ ਕਿ ਅਮਰੀਕਾ ਤੇ ਜਦੋਂ ਮੈਂ ਵਰਤਾਂਗਾ ਤੇ ਯੂਰਪ ਦੇਖੇਗਾ, ਇਹ ਉਹਨਾਂ ਕੋਲ ਹਜੇ ਵੈਪਨ, ਉਹਨਾਂ ਦੇ ਇਜਾਜ਼ਤ ਵੀ ਹੈ ਨਹੀਂ ਕਿਉਂਕਿ ਉਹ ਰਿਸਰਚ ਨਾ ਆਇਆ। ਇਸ ਲਈ ਸਾਨੂੰ ਲੋੜ ਹੈ ਵੈਪਨ, ਸਾਡਾ ਸਾਰਾ ਵੈਪਨ ਖਰੀਦਣ 'ਚ ਨਾ ਲਗਾ ਕੇ ਅਸੀਂ ਆਪਣੀ ਰਿਸਰਚ ਅਤੇ ਯੂਨੀਵਰਸਿਟੀਆਂ, ਸਕੂਲ, ਕਾਲਜਾਂ ਨੂੰ ਵਧੀਆ ਬਣਾਈਏ ਤਾਂ ਕਿ ਅਸੀਂ ਉਹਦੇ 'ਚ ਸਾਨੂੰ ਇਹ ਜਿਹੜੀ GDP ਹੈਗੀ ਆ ਉਹਦੇ 'ਚ ਜੇ ਅਸੀਂ 6% ਉੱਥੇ ਲਾਈਏ, ਸਾਨੂੰ ਫਿਰ 18% ਲਾਉਣ ਦੀ ਲੋੜ ਨਹੀਂ ਪੈਣੀ। ਸਾਡੇ ਕੋਲ ਬਹੁਤ ਆ ਜਿਹੜਾ। ਇਸ ਲਈ ਮੈਨੂੰ ਇਹ ਲੱਗ ਰਿਹਾ ਇਹ ਇਸ਼ੂ ਬੜੇ ਅਹਿਮ ਹੈ। ਇਹਨਾਂ ਨੂੰ ਬਹੁਤ ਨਿਰਪੱਖ ਹੋ ਕੇ ਬਿਨਾਂ ਕਿਸੇ ਤਰੀਕੇ ਸਾਈਡ ਲੈਂਦੇ ਹੋਏ, ਚਾਹੇ ਅਮਰੀਕਾ ਦੀ ਚਾਹੇ ਰਸ਼ੀਆ ਦੀ, ਕਰਨੀ ਪੈਣੀ ਆ, ਕਿਉਂਕਿ ਜਦ ਤੱਕ ਅਸੀਂ ਅੰਤਰਰਾਸ਼ਟਰੀ ਰਾਜਨੀਤੀ ਵਿੱਚ, ਪੋਲਿਟਿਕਸ ਵਿੱਚ ਚੀਜ਼ਾਂ ਨੂੰ ਉਹਨਾਂ ਦੇ ਬਿਲਕੁਲ ਅਸਲੀ ਰੂਪ 'ਚ ਨਾ ਦੇਖਾਂਗੇ ਕਿ ਵੀ ਸਭ ਜੀ ਸਾਨੂੰ ਚੀਜ਼ਾਂ ਸਮਝਦੀਆਂ ਹੋਣੀਆਂ। ਲੜਾਈ ਨਾ ਕਰਨੀ, ਉਹਨਾਂ ਵਾਸਤੇ ਲੜਾਈ ਨਹੀਂ ਹੋਣੀ ਚਾਹੀਦੀ। ਇਹ ਸਟੈਂਡ
ਉਹਨਾਂ ਮੁਲਕਾਂ ਵਾਸਤੇ ਵੀ ਬੜਾ ਸੁਖਦ ਹੋਏਗਾ ਜਿਹੜੇ ਇਸ ਰੀਜ਼ਨੇਬਲ ਇਨਇਕੁਇਟੇਬਲ ਵਰਲਡ ਉੱਤੇ ਆਪਣੀ ਸੁਪਰਮੇਸੀ ਬਜਾਏ ਬੈਠੇ ਆ। ਲੜਾਈ ਹੋਣੀ ਚਾਹੀਦੀ, ਲੋਕਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ, ਲੇਕਿਨ ਜਿਹੜੇ ਲੋਕੀ ਲੜਾਈ ਨਾ ਹੋਣ ਦੇ ਬਾਵਜੂਦ ਵੀ ਪਿਸ ਰਹੇ ਆ ਉਹਨਾਂ ਨੂੰ ਉਹ ਸਿਚੁਏਸ਼ਨ ਤੋਂ ਕਿਵੇਂ ਕੱਢਿਆ ਜਾਵੇ, ਇਹ ਬੜਾ ਅਹਿਮ ਮੁੱਦਾ ਹੈ। ਇਸ ਲਈ ਜਿਹੜੇ ਬੜੇ ਅੱਛੇ ਨੇ, ਤੁਸੀਂ ਅੱਛੀ ਡਿਬੇਟ ਕਰ ਰਹੇ ਹੋ, ਇਦਾਂ ਦੀ ਡਿਬੇਟ ਕਰਦੇ ਰਿਹਾ ਕਰੋ। ਚਲੋ ਬਹੁਤ ਧੰਨਵਾਦ ਪ੍ਰੋਫੈਸਰ ਰੌਣਕੀ ਰਾਮ, ਤੁਹਾਡਾ ਬਹੁਤ ਧੰਨਵਾਦ। ਕਰਨਾ ਜੈਵਰ ਸਿੰਘ ਤੁਹਾਡਾ ਬਹੁਤ ਧੰਨਵਾਦ। ਗੁਰਮੀਤ ਸਿੰਘ ਪਲਾਹੀ ਤੁਹਾਡਾ ਬਹੁਤ ਧੰਨਵਾਦ। ਤੇ ਡਾਕਟਰ ਰਾਜੀਵ ਖੋਸਲਾ ਤੁਹਾਡਾ ਬਹੁਤ ਧੰਨਵਾਦ। ਗੱਲ ਵੋਟਿੰਗ ਤੋਂ ਸ਼ੁਰੂ ਹੁੰਦੀ ਹੈ, ਗੱਲ ਸਟੈਂਡ ਤੋਂ ਸ਼ੁਰੂ ਹੁੰਦੀ ਹੈ, ਗੱਲ ਆਮ ਆਦਮੀ ਤੱਕ ਜਾ ਕੇ ਮੁੱਕਦੀ ਹੈ। ਤੇ ਉਸੇ ਆਮ ਆਦਮੀ ਦੀ ਗੱਲ ਅਸੀਂ ਨਹੀਂ ਦੱਸਦੇ ਪਏ, ਅਸੀਂ ਇਹ ਦੱਸਦੇ ਪਏ ਹਾਂ ਕਿ ਅਸੀਂ ਕੀ ਕਰਦੇ ਪਏ ਹਾਂ। ਉਸ ਨੂੰ ਇਸ ਤਰੀਕੇ ਪੇਸ਼ ਕੀਤਾ ਜਾ ਰਿਹਾ ਕਿ ਅਸੀਂ ਬਹੁਤ ਵੱਡਾ ਕੰਮ ਕਰਦੇ ਪਏ ਹਾਂ, ਪਰ ਜਦੋਂ ਆਮ ਆਦਮੀ ਦੀ ਗੱਲ ਅਸੀਂ ਕਰਾਂਗੇ ਉਹਦੇ ਤੱਕ ਕੀ ਅਸਰ ਹੋ ਰਿਹਾ। ਇਹ ਜੰਗ ਹੈ ਜਿਹੜੇ ਕਿਸੇ ਸਮੱਸਿਆ ਦਾ ਹੱਲ ਨਹੀਂ ਕਿ ਦੁਨੀਆ ਨੇ ਬਹੁਤ ਜੰਗਾਂ ਦੇਖੀਆਂ, ਜੇ ਤੁਸੀਂ ਇਤਿਹਾਸ ਪੜ੍ਹਿਆ ਤਾਂ ਤੁਹਾਨੂੰ ਉਹ ਜੰਗਾਂ ਦਾ ਇਤਿਹਾਸ ਪਤਾ ਹੋਊਗਾ। ਉਸ ਤੋਂ ਬਾਅਦ ਕਿੰਨੇ ਸਾਲਾਂ ਤੱਕ ਉਹ ਸਾਡੇ ਤੇ ਖਤਰਾ ਜਿਹੜਾ ਮੰਡਰਾਉਂਦਾ ਰਹਿੰਦਾ ਹੈਗਾ। ਇਸ ਲਈ ਆਪਦੇ ਆਪ ਨੂੰ ਮਜ਼ਬੂਤ ਕਰੋ, ਪਰ ਉਹ ਮਜ਼ਬੂਤੀ, ਉਹ ਤਾਕਤ ਆ ਜਿਹੜੀ ਦੂਜੇ ਨੂੰ ਡੇਗਣ ਵਾਸਤੇ ਨਾ ਕਰੋ। ਜੇ ਤੁਹਾਡਾ ਨਾਗਰਿਕ, ਤੁਹਾਡਾ ਬਸ਼ਿੰਦਾ ਮਜ਼ਬੂਤ ਹੋਊਗਾ ਤੇ ਕਿਸੇ ਦੀ ਹਿੰਮਤ ਨਹੀਂ ਤੁਹਾਡੇ ਵੱਲ ਕੋਈ ਅੱਖ ਚੱਕ ਕੇ ਦੇਖ ਸਕੇ, ਤੇ ਫਿਰ ਪਤਾ ਲੱਗੋ ਸਾਡਾ ਸਟੈਂਡ ਕੀ ਹੈ। ਤੇ ਉਸੇ ਸਟੈਂਡ ਦੀ ਅਸੀਂ ਗੱਲ ਕਰ ਰਹੇ ਹਾਂ। ਸਟੈਂਡ ਸਾਡੇ ਮੀਡੀਆ ਨੂੰ ਵੀ ਲੈਣਾ ਪਊਗਾ, ਆਮ ਆਦਮੀ ਦੀ ਗੱਲ ਕਰਨੀ ਪਊਗੀ। ਬਹੁਤ ਧੰਨਵਾਦ।